ਸੁਭਾਅ ਬਣ ਜਾਂਦਾ ਕਿ ਤੜਕੇ ਤਿਆਰ ਹੋਣਾ, ਝੋਲਾ ਚੱਕਣਾ ਤੇ ਅਦਾਲਤ ਆਉਣਾ। ਸਿੱਧਾ ਅਦਾਲਤ। ਕਾਫੀ ਸਾਰੇ ਅਸੀਂ ਪਰਸਨ ਇਹੋ ਜਿਹੇ ਦੇਖੇ ਆ ਜਿਹੜੇ ਰੋਜ਼ ਆਉਂਦੇ ਹੀ ਆਉਂਦੇ ਆ ਬਿਨਾਂ ਤਨਖਾਹ ਤੋਂ। ਬਿਨਾਂ ਤਨਖਾਹ ਤੋਂ ਜਿਹੜੇ ਅਦਾਲਤ ਆਉਂਦੇ ਆ ਉਹਨਾਂ ਨੇ ਆਉਣਾ। ਹਾਂ, ਉਹਨਾਂ ਨੂੰ ਰੋਜ਼ ਵੇਖਿਆ ਜਾਂਦਾ ਇੱਥੇ। ਮੈਨੂੰ ਤਾਂ ਲੱਗਦਾ ਇਹ ਉਹ ਬੰਦੇ ਹੋਣਗੇ ਜਿਹੜੇ ਘਰ ਦਾ ਕੰਮ ਨਹੀਂ ਕਰਨਾ ਚਾਹੁੰਦੇ। ਮੰਨ ਲਓ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਇੱਕ ਬੱਚਾ ਇਹੋ ਜਿਹਾ ਹੁੰਦਾ ਜਿਹੜਾ ਪੜ੍ਹਿਆ ਲਿਖਿਆ ਹੁੰਦਾ, ਉਹ ਕਹਿੰਦਾ ਮੈਨੂੰ ਸ਼ਹਿਰ ਦਾ ਕੰਮ ਦੱਸ ਦਿਓ, ਮੈਂ ਉੱਥੇ ਜਾ ਕੇ ਕਰੂੰਗਾ ਜੋ ਵੀ ਕੰਮ ਹੋਇਆ। ਬਜ਼ੁਰਗ ਜਾਂ ਬੱਚੇ ਬੜੇ ਸੱਚੇ ਹੁੰਦੇ ਆ। ਜੱਜ ਸਾਹਿਬ ਦੇ ਸਾਹਮਣੇ ਜਦੋਂ ਗਵਾਹੀ ਹੁੰਦੀ ਹੈ ਤਾਂ ਪਤਾ ਹੁੰਦਾ ਵੀ ਕਿ ਇਸ ਕੇਸ ਦੇ ਵਿੱਚ ਇਹ ਗੱਲ ਨਹੀਂ ਕਹਿਣੀ। ਜਦੋਂ ਜੱਜ ਸਾਹਿਬ ਪੁੱਛਦਾ ਵੀ ਬਾਬਾ ਤੂੰ ਇਹ ਗੱਲ ਕਹਿ ਰਿਹਾ, ਤੈਨੂੰ ਪਤਾ ਹੈ ਤੇਰੇ ਉਲਟ ਹੈ, ਉਹ ਆਂਦਾ ਜੀ ਉਲਟ ਹੋਵੇ ਭਾਵੇਂ ਕਿੱਧਰ ਨੂੰ ਹੋਵੇ, ਮੈਂ ਸੱਚੀ ਗੱਲ ਕਹਿਣੀ ਹੈ ਤਾਂ ਕਹਿਣੀ ਹੈ। ਉਹ ਕਹਿ ਦਿੰਦੇ ਆ ਬੜੇ ਬੇਫਿਕਰੀ ਨਾਲ। ਤੇ ਉੱਥੇ ਜੱਜ ਸਾਹਿਬ ਵੀ ਹੱਸ ਪੈਂਦੇ ਵੀ ਠੀਕ ਹੈ, ਤੂੰ ਸੱਚ ਬੋਲਿਆ ਤੇ ਤੈਨੂੰ ਸੱਚ ਦਾ ਹੀ ਨਿਆਂ ਮਿਲੂਗਾ। ਪਿੰਡਾਂ ਦੇ ਵਿੱਚ ਵੀ ਇੱਕ ਖੁੰਡਾਂ ਵਾਲੀ ਅਦਾਲਤ ਚੱਲਦੀ ਹੈ ਕਿ ਤੂੰ ਆਹ ਕੇਸ ਪਾਉਣਾ ਹੀ ਪਾਉਣਾ ਹੈ, ਚਾਹੇ ਤੈਨੂੰ ਕੋਈ ਨਾ ਕਰੇ ਹਾਂ ਕਰੇ, ਤੂੰ ਪਾ ਕੇ ਆਈ। ਬੜਾ ਸਮਝਾਈਦਾ, ਉਹ ਕਹਿੰਦੇ ਨਹੀਂ ਵਕੀਲ ਸਾਹਿਬ ਤੁਸੀਂ ਆਪਦੀ ਫੀਸ ਦੱਸੋ ਤੇ ਮੇਰਾ ਕੇਸ ਜਿਹੜਾ ਦਾਇਰ ਕਰੋ। ਗਲਤ ਨੋਟਰੀ ਕਰਾਉਣ ਦੇ ਖਮਿਆਜੇ ਇਹ ਹੁੰਦੇ ਕੀ ਹੈ? ਸਾਡੇ ਬੰਦੇ ਤਾਂ ਇਹ ਜਾਣਦੇ ਆ ਕਿ ਉਹ ਸਾਹਮਣੇ ਵਕੀਲ ਸਾਹਿਬ ਬੈਠੇ ਆ, ਉਹ ਤੋਂ ਮੋਹਰ ਲਵਾ ਲਿਆ, ਕਹਿ ਦੀ ਨੋਟਰੀ ਕਰਾਉਣੀ ਆ ਤੇ ਨਾਲ ਰਜਿਸਟਰ ਕਰ ਦੇਣਗੇ। ਜਿਨ੍ਹਾਂ ਲੋਕਾਂ ਦੀ ਜਿਹੜੀ 1 ਲੱਖ ਰੁਪਏ ਤੋਂ ਸਾਲਾਨਾ ਆਮਦਨ ਘੱਟ ਹੈ ਜੀ, ਜਾਂ ਜੋ ਕਿਸੇ ਕਸਟਡੀ ਦੇ ਵਿੱਚ ਹੈ, ਔਰਤਾਂ ਬੱਚੇ ਹੈ, ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਾਨੂੰਨੀ ਲੋੜ ਹੈ ਤਾਂ ਉਹ ਇੱਥੇ ਫਰੰਟ ਆਫਿਸ ਬਣੇ ਹੋਏ ਆ, ਉੱਥੇ ਆਉਣ ਤੇ ਉਹਨਾਂ ਦੇ ਜਿਹੜੇ ਕੇਸ ਆ ਉਹ ਫ੍ਰੀ ਦੇ ਵਿੱਚ ਲੜੇ ਜਾਣਗੇ ਜੀ। ਇਹੋ ਜਿਹੇ ਕਰੈਕਟਰ ਤਾਂ ਤਕਰੀਬਨ ਹਫ਼ਤੇ 'ਚ ਇੱਕ ਦਾ ਆ ਹੀ ਜਾਂਦਾ ਜਿਨ੍ਹਾਂ ਨੇ ਕੀ ਕਰਨਾ ਹੁੰਦਾ ਅਸੀਂ ਦੇਖ ਲੈਂਦੇ ਹਾਂ, ਕਿਉਂਕਿ ਮੋਸਟਲੀ ਸਾਨੂੰ ਪਤਾ ਹੁੰਦਾ ਕਿ ਇਹ ਉਹ ਪਰਲੀ ਚੁੰਡ ਤੋਂ ਲੱਗਾ ਹੈ, ਸਾਰੇ ਵਕੀਲਾਂ ਕੋਲੇ ਹੋ ਕੇ ਆਇਆ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲਾ ਸੁਣਦਿਆਂ ਥੱਕ ਗਏ ਨੇ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ, ਕਦੋਂ ਤੱਕ ਇੱਥੇ ਖੜੇ ਰਹਿਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਪੋਡਕਾਸਟ ਅਣਗੌਲੇ ਵਿੱਚ ਤੁਹਾਡਾ ਸਵਾਗਤ ਹੈ। ਜਿਸ ਤਰੀਕੇ ਦੇ ਨਾਲ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਸ਼ਾਇਦ ਅੰਦਾਜ਼ਾ ਤੁਸੀਂ ਲਾਇਆ ਹੋਊਗਾ। ਗੱਲ ਅਦਾਲਤ ਦੀ, ਗੱਲ ਨਿਆਂ ਦੀ, ਗੱਲ ਕਰਾਂਗੇ ਕਿ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਕਹਿਣ ਦਾ ਭਾਵ ਗੱਲ ਕਰਾਂਗੇ ਵਕੀਲੀ ਦੀ। ਅਕਸਰ ਇੱਕ ਕਿਰਤੀ ਬੰਦਾ ਜਦੋਂ ਕਿਰਤ ਕਰਦਾ ਨਾ ਤਾਂ ਉਹ ਰੱਬ ਅੱਗੇ ਇੱਕ ਅਰਦਾਸ ਕਰਦਾ ਹੈ, ਕਚਹਿਰੀ, ਥਾਣਾ ਤੇ ਹਸਪਤਾਲ, ਰੱਬਾ ਇੱਥੇ ਨਾ ਲੈ ਕੇ ਜਾਈ, ਹੋਰ ਚਾਹੇ ਕਮਾਈ ਦੇ ਵਿੱਚ ਬਰਕਤ ਪਾ, ਘੱਟ ਪਾ, ਵੱਧ ਪਾ, ਅਸੀਂ ਇਸ ਦੇ ਉੱਤੇ ਕੋਈ ਸਵਾਲ ਨਹੀਂ ਖੜੇ ਕਰਦੇ। ਪਰ ਸਵਾਲ ਇਹ ਹੈ ਕਿ ਬੰਦਾ ਇਹਨਾਂ ਤਿੰਨਾਂ ਖੇਤਰਾਂ ਦੇ ਉੱਤੇ ਸਵਾਲ ਕਿਉਂ ਖੜੇ ਕਰਦਾ ਹੈ? ਉਹਦੇ ਦਿਮਾਗ ਵਿੱਚ ਕੀ ਹੁੰਦਾ ਹੈ? ਵਕੀਲੀ ਨੂੰ ਲੈ ਕੇ, ਡਾਕਟਰੀ ਨੂੰ ਲੈ ਕੇ ਤੇ ਸਾਡੇ ਪ੍ਰਸ਼ਾਸਨ ਨੂੰ ਲੈ ਕੇ। ਤੇ ਉਸੇ ਹੀ ਕੜੀ ਵਿੱਚੋਂ ਗੱਲ ਕਰਾਂਗੇ ਅੱਜ ਵਕੀਲੀ ਬਾਰੇ। ਸਾਡੇ ਨਾਲ ਸਾਡੇ ਮਹਿਮਾਨ ਰਹਿਣਗੇ ਸਤਬੀਰ ਸਿੰਘ ਔਲਖ ਸਾਹਿਬ। ਸਭ ਤੋਂ ਪਹਿਲਾਂ ਔਲਖ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਸਾਰੀ ਵਿਰਾਸਤ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾਇਆ ਤੇ ਸਾਡੇ ਪੱਖ ਨੂੰ ਵੀ ਜਾਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਿਹੜਾ ਵਕੀਲ ਦਾ ਪੱਖ ਹੈ ਇਹ ਅੱਜ ਤੱਕ ਕਿਸੇ ਨੇ ਜਾਣਿਆ ਨਹੀਂ। ਹਰ ਜਿਹੜਾ ਬੰਦਾ ਹੁੰਦਾ ਉਹ ਆਪਣਾ ਪੱਖ ਦੱਸ ਦਿੰਦਾ ਹੈ, ਪਰ ਦੂਸਰੇ ਪੱਖ ਨੂੰ ਜਾਣਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਬਿਲਕੁਲ, ਜਿਵੇਂ ਮੈਂ ਕਿਹਾ ਹੈ ਨਾ ਕਿ ਬੰਦਾ ਨਫ਼ਰਤ ਕਰਦਾ ਹੈ ਕੁਝ ਕੁ ਗੱਲਾਂ ਨੂੰ, ਡਰ 'ਚੋਂ ਕਰਦਾ ਹੈ, ਸੁਭਾਅ 'ਚੋਂ ਕਰਦਾ, ਇੱਕ ਵੱਖਰੀ ਗੱਲ ਹੈ। ਕੁਝ ਪ੍ਰੋਫੈਸ਼ਨ ਹੁੰਦੇ ਆ ਕਿ ਜਿਨ੍ਹਾਂ ਦੇ ਸਤਿਕਾਰ ਦੇ ਵਿੱਚ ਬੰਦਾ ਹੁੰਦਾ ਹੈ, ਕੁਝ ਪ੍ਰੋਫੈਸ਼ਨ ਹੁੰਦੇ ਆ ਜਿਹਦੇ ਵਿੱਚ ਡਰ ਹੁੰਦਾ ਹੈ ਤੇ ਉਸ ਡਰ 'ਚੋਂ ਥੋੜ੍ਹੀ ਮੋਟੀ ਕਿਤੇ ਨਾ ਕਿਤੇ ਨਫ਼ਰਤ ਦੀ ਬੋ ਵੀ ਆਉਂਦੀ ਹੁੰਦੀ ਹੈ। ਸਭ ਤੋਂ ਪਹਿਲਾਂ ਜਾਣਨ ਦੀ ਗੱਲ ਹੀ ਕਰਦੇ ਹਾਂ। ਉਹਦਾ ਇੱਕ ਸਵਾਲ ਸਿੱਧਾ ਇਹ ਬਣਦਾ, ਜਾਂ ਕਹਿ ਲਈਏ ਸਾਡੇ ਨਾ ਦਰਸ਼ਕ ਕਹਿ ਦਿੰਦੇ ਆ ਕਿ ਜਸਵਿੰਦਰ ਯਾਰ ਤੂੰ ਪੌਡਕਾਸਟ ਵਿੱਚ ਵੀ ਸਵਾਲ ਕਰਦਾ ਰਹਿੰਦਾ। ਸਵਾਲ ਤੋਂ ਭਾਵ ਸ਼ੰਕੇ ਹੁੰਦੇ ਆ। ਤੁਹਾਡਾ ਦਾਇਰਾ ਖੁੱਲ੍ਹਾ ਹੈ, ਕੁਛ ਮਰਜ਼ੀ ਬੋਲੋ, ਟੈਸਟ ਮੈਚ ਵਾਂਗੂ ਖੇਡੋ, T20 ਵਾਂਗੂ ਨਾ ਖੇਡਿਓ। ਪੌਡਕਾਸਟ ਰਿਕਾਰਡ ਕਰਨ ਜਾ ਰਹੇ ਆ। ਉਹ ਇਹ ਹੈ ਕਿ ਆਮ ਸਧਾਰਨ ਬੰਦਾ ਜਦੋਂ ਕਚਹਿਰੀ ਦੇ ਵਿੱਚ ਐਂਟਰ ਹੁੰਦਾ ਹੈ, ਬਿਲਕੁਲ ਹਰ ਕਾਲੇ ਕੋਟ ਵਾਲੇ ਨੂੰ, ਹਰ ਜਿਹਦੇ ਮੂਹਰੇ ਕੰਪਿਊਟਰ ਪਿਆ, ਇੱਕ ਅੱਧਾ ਬੰਦਾ ਸਾਈਡ 'ਤੇ ਖੜ੍ਹਾ, ਉਹਨੂੰ ਉਹ ਵਕੀਲ ਮੰਨਦਾ ਹੈ, ਐਡਵੋਕੇਟ ਮੰਨਦਾ ਹੈ। ਹੁਣ ਮੈਂ ਕਿਸਮਾਂ ਤਾਂ ਨਹੀਂ ਕਹੂੰਗਾ, ਪਰ ਇਹ ਦੱਸਿਓ ਕਿ ਅਸਲ ਵਿੱਚ ਆਮ ਬੰਦਾ ਵਕੀਲ ਨੂੰ ਕਿਵੇਂ ਡਿਫਾਈਨ ਕਰੇ, ਕਿਵੇਂ ਮੰਨੇ ਕਿ ਆਹ ਵਕੀਲ ਹੈ ਤੇ ਇਹ ਭਾਈ ਨਹੀਂ ਵਕੀਲ ਹੈ। ਵਕੀਲ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਉਹ ਇਹ ਹੈ ਕਿ ਜਿਹੜਾ ਲਾ ਗ੍ਰੈਜੂਏਟ ਹੋ ਕੇ ਉਸ ਤੋਂ ਬਾਅਦ ਬਾਰ ਕੌਂਸਲ, ਜਿਵੇਂ ਕੋਈ ਵੀ ਸਟੇਟ ਦੀ ਬਾਰ ਕੌਂਸਲ ਹੁੰਦੀ ਹੈ ਜੀ, ਉਹਦੇ ਵਿੱਚ ਆਪਦੇ ਆਪ ਨੂੰ ਰਜਿਸਟਰ ਕਰਦਾ ਹੈਗਾ। ਰਜਿਸਟਰ ਕਰਨ ਤੋਂ ਬਾਅਦ ਉਹਨੂੰ ਇੱਕ ਇਨਰੋਲਮੈਂਟ ਨੰਬਰ ਮਿਲਦਾ ਹੈ। ਫਿਰ ਉਹ ਉੱਥੇ ਦੱਸਦਾ ਹੈ ਕਿ ਮੈਂ ਜਿਹੜੀ ਆਪਦੀ ਪ੍ਰੈਕਟਿਸ ਹੈ, ਲੀਗਲ ਪ੍ਰੈਕਟਿਸ, ਉਹ ਕਿੱਥੇ ਸ਼ੁਰੂ ਕਰਨੀ ਹੈ। ਮੈਂ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਵਿੱਚ ਆਪਣੀ ਲਾ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉੱਥੇ ਇਨਰੋਲਮੈਂਟ ਨੰਬਰ ਲਿਆ, ਇਨਰੋਲਮੈਂਟ ਸਰਟੀਫਿਕੇਟ ਲਿਆ, ਫਿਰ ਕਿ ਆ ਕੇ ਮੈਂਬਰਸ਼ਿਪ ਲਈ, ਉੱਥੇ ਆ ਕੇ ਜਿਹੜੀ ਮੈਂ ਆਪਦੀ ਪ੍ਰੈਕਟਿਸ ਸਟਾਰਟ ਕੀਤੀ। ਅੱਜ ਕੱਲ੍ਹ ਕੀ ਹੈ, ਇੱਕ ਆਲ ਇੰਡੀਆ ਬਾਰ ਐਗਜ਼ਾਮ ਵੀ ਹੋ ਰਿਹਾ ਜੀ,
ਜਿਹੜਾ ਕਿ ਪੂਰੇ ਇੰਡੀਆ ਲੈਵਲ ਦੇ ਉੱਤੇ ਸਾਰੇ ਐਡਵੋਕੇਟ ਦਾ ਹੁੰਦਾ ਹੈਗਾ। ਉਹਨੂੰ ਪਾਸ ਕਰਨ ਤੋਂ ਬਾਅਦ ਜਿਹੜਾ ਲੋਕ ਕੋਈ ਵੀ ਹੈ ਜਿਹੜਾ ਐਡਵੋਕੇਟ ਉਹ ਪ੍ਰੈਕਟਿਸ ਕਰ ਸਕਦਾ ਹੈਗਾ ਜੀ। ਸੋ ਜਿਹੜਾ ਲਾ ਗ੍ਰੈਜੂਏਟ ਹੈ ਸਹੀ ਵਕੀਲ ਤਾਂ ਉਹ ਹੈ ਕਿਉਂਕਿ ਉਹ ਕਾਨੂੰਨੀ ਮਾਹਿਰ ਹੋ ਜਾਂਦਾ ਹੈ। ਐਡਵੋਕੇਟ ਦਾ ਮਤਲਬ ਹੀ ਕਾਨੂੰਨੀ ਮਾਹਿਰ ਹੈ, ਨਾ ਕਿ ਇਹ ਹੈ ਕਿ ਜਿਹੜਾ ਕਚਹਿਰੀ ਨੂੰ ਆ ਰਿਹਾ ਹੈ, ਚਾਹੇ ਉਹ ਅਸਟਾਮਾਂ ਵਾਲਾ ਹੈ, ਚਾਹੇ ਉਹ ਕਈ ਵਾਰੀ ਕੋਈ ਲਾਇਸੈਂਸ ਬਣਾਉਣ ਵਾਲਾ ਹੈ, ਚਾਹੇ ਕੋਈ ਵੈਸੇ ਟਾਈਪਿੰਗ ਵਾਲਾ ਹੈ, ਉਹ ਸਾਰੇ ਫਿਰ ਕੀ ਕਹਿ ਦਿੰਦੇ ਆ ਕਿ ਇਹ ਕਚਹਿਰੀ ਜਾਂਦਾ ਤੇ ਇਹ ਭਾਈ ਵਕੀਲ ਹੈ। ਜਿਵੇਂ ਕਿ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਹੈ, ਕੀ ਹੋਇਆ ਕਿ ਜਦੋਂ ਕਈ ਵਾਰੀ ਘਰੋਂ ਤੁਰੀਦਾ ਤਾਂ ਇੱਕ ਬਜ਼ੁਰਗ ਆਉਂਦਾ ਆਪਣਾ ਲਿਫਾਫਾ ਲੈ ਕੇ ਵੀ ਲਓ ਜੀ ਤੁਸੀਂ ਚੱਲਿਓ ਕਚਹਿਰੀ ਤਾਂ ਮੇਰਾ ਲਾਇਸੈਂਸ ਬਣਵਾ ਕੇ ਲਿਆ ਦਿਓ, ਜਾਂ ਕਹਿ ਦਿੰਦੇ ਆ ਤੂੰ ਪੈਨਸ਼ਨ ਦਾ ਕੰਮ ਵੀ ਕਰ ਲੈਂਦਾ, ਤੇਰੀ ਪੈਨਸ਼ਨ ਸਾਡੀ ਲਵਾ ਦੇਂਗਾ। ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਤੱਕ ਇਹੀ ਨਹੀਂ ਪਤਾ ਕਿ ਵਕੀਲ ਦਾ ਕੀ ਕੰਮ ਹੈ, ਅਦਾਲਤ ਦੇ ਵਿੱਚ ਉਹਨੇ ਕੀ ਕਰਨਾ ਹੁੰਦਾ ਹੈਗਾ। ਸੋ ਇਹ ਬੜਾ ਵੱਡਾ ਗੁੰਝਲਦਾਰ ਜਿਹਾ ਇੱਕ ਕਨਸੈਪਟ ਹੈ ਕਿ ਵਕੀਲ ਕੌਣ ਹੈ ਤੇ ਉਹ ਕੀ ਕੀ ਕੰਮ ਕਰਦਾ, ਉਹਦੀਆਂ ਕੀ ਕੀ ਹੱਦਾਂ ਹੈ। ਤੁਸੀਂ ਤਾਂ ਲਗਾਤਾਰ ਜਿਵੇਂ ਕਹਿ ਦਿੱਤਾ ਕਿ ਤੁਹਾਡਾ ਤਜਰਬਾ ਹੈ, ਬੰਦਿਆਂ 'ਚ ਵਿਚਰਦੇ ਹੋ, ਹਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਦੇ। ਅੱਗੇ ਜਾ ਕੇ ਨਾ ਆਪਾਂ ਇਹਦੀ ਗੱਲ ਪੂਰੀ ਡਿਟੇਲ 'ਚ ਕਰਾਂਗੇ ਵੀ ਕਿਹੋ ਜਿਹੇ ਕੰਮ ਲੈ ਕੇ ਆਉਂਦੇ ਆ। ਪਰ ਉਸ ਤੋਂ ਪਹਿਲਾਂ ਬਾਈ, ਅਦਾਲਤਾਂ ਨੂੰ, ਸਿਸਟਮ ਨੂੰ ਕਿੰਨਾ ਕੁ ਬਦਲਦਾ ਵੇਖਿਆ ਤੁਸੀਂ ਆਪਣੇ ਸਮੇਂ ਦੇ ਵਿੱਚ, ਜਾਂ ਫਿਰ ਜਿਉਂ ਦੀ ਤਿਉਂ ਉਸੇ ਹੀ ਖੜੋਤ ਦੇ ਵਿੱਚ ਕੰਮ ਉਵੇਂ ਹੀ ਹੌਲੀ ਹੌਲੀ, ਜਿਵੇਂ ਕਹਿੰਦੇ ਆ ਨਾ ਕਿ ਕਚਹਿਰੀਆਂ ਦੇ ਤਾਂ ਜਿਹੜੇ ਰੁੱਖ ਹੁੰਦੇ ਆ ਨਾ ਉਹਨਾਂ ਦੇ ਪੱਤੇ ਵੀ ਪੈਸੇ ਮੰਗਦੇ ਨੇ। ਕਹਿਣ ਦਾ ਭਾਵ ਹਰ ਦਿਨ ਦਾ ਗੇੜਾ, ਹਰ ਇਨਸਾਨ ਦਾ ਗੇੜਾ ਉਹਨੂੰ ਅਕੀਵਾਂ ਕਰ ਦਿੰਦਾ ਹੈ। ਅਸਲ ਦੇ ਵਿੱਚ ਨਾ ਜਿਹੜਾ ਅਦਾਲਤਾਂ ਦਾ ਪ੍ਰੋਸੀਜਰ ਹੈ ਇਹ ਕਾਫੀ ਲੈਂਥੀ ਹੈ, ਕਿਉਂਕਿ ਕਾਫੀ ਸਮਾਂ ਪਹਿਲਾਂ ਤੋਂ ਜਿਹੜਾ ਕਾਨੂੰਨ ਬਣਿਆ ਹੋਇਆ ਹੈ। ਹੁਣ ਪਿੱਛੇ ਜੇ ਇੱਕ ਆਰਡੀਨੈਂਸ ਪਾਸ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਜਿਵੇਂ ਪ੍ਰੋਸੀਜਰ ਲਾ ਜਿਹੜੇ CRPC ਹੈ, ਸਿਵਲ ਪ੍ਰੋਸੀਜਰ ਲਾ ਹੈ, ਇਹ ਵੀ ਹੁਣ ਚੇਂਜ ਹੋਣ ਜਾ ਰਹੇ ਹੈ। ਜਦੋਂ ਇਹ ਚੇਂਜ ਹੋਣਗੇ ਤਾਂ ਆਟੋਮੈਟਿਕਲੀ ਜਿਹੜੀ ਸਾਰੇ ਵਿਸ਼ੇ ਦੀ ਚੇਂਜ ਆਉਣੀ ਹੈਗੀ। ਜਿਹੜੇ ਪੈਸੇ ਮੰਗਣ ਦੀ ਗੱਲ ਹੈ ਉਹ ਇਹ ਹੈ ਕਿ ਜਦੋਂ ਕਿਸੇ ਪ੍ਰੋਸੀਜਰ ਦੇ ਵਿੱਚ ਆਪਾਂ ਪੈਂਦੇ ਹਾਂ, ਚਾਹੇ ਉਹ ਆਪਾਂ ਨੂੰ ਕੋਈ ਡਾਕੂਮੈਂਟ ਲਿਆਉਣਾ ਹੈ, ਕਿਸੇ ਗਵਾਹ ਨੂੰ ਸੰਮਣ ਕਰਨਾ ਹੈ, ਕਿਸੇ ਫਾਈਲ ਨੂੰ ਸੰਮਣ ਕਰਨਾ ਹੈ, ਕਿਸੇ ਡਿਪਾਰਟਮੈਂਟ ਤੋਂ ਕੋਈ ਰਿਕਾਰਡ ਮੰਗਾਉਣਾ ਹੈ, ਤਾਂ ਆਟੋਮੈਟਿਕਲੀ ਇਹ ਹੈ ਵੀ ਉਹਦਾ ਕੁਛ ਨਾ ਕੁਛ ਖਰਚਾ ਆਪਾਂ ਨੂੰ ਦੇਣਾ ਪੈਂਦਾ, ਜਿਹਨੂੰ ਡਾਈਟ ਮਨੀ ਕਹਿੰਦੇ ਆ। ਇਸ ਕਰਕੇ ਉੱਥੇ ਪੈਸੇ ਤਾਂ ਲੱਗਦੇ ਆ। ਕੋਈ ਕਿਸੇ ਨੇ ਪੁਰਾਣੇ ਕੇਸਾਂ ਦੇ ਵਿੱਚੋਂ ਕੋਈ ਨਕਲ ਲੈਣੀ ਹੈ, ਉਹ ਨਕਲ ਦੇ ਪੈਸੇ ਵੀ ਲੱਗਦੇ ਆ। ਸੋ ਕਈ ਵਾਰੀ ਕਲਾਇੰਟਸ ਨੂੰ ਵੀ ਇਹ ਲੱਗਦਾ ਹੈ ਕਿ ਜਿਹੜਾ ਇਹ ਪੈਸੇ ਆ ਇਹ ਸਾਡੇ ਤੋਂ ਫਾਲਤੂ ਲਏ ਜਾ ਰਹੇ ਆ, ਜਾਂ ਕੁਛ ਹੱਦ ਤੱਕ ਇਹ ਹੋ ਵੀ ਸਕਦਾ ਵੀ ਪੈਸੇ ਹੋ ਸਕਦਾ ਵੀ ਜਿੱਥੇ 10 ਲੱਗਣੇ ਉੱਥੇ 20 ਮੰਗੇ ਜਾਣ, ਕਿਉਂਕਿ ਕਲਰਕਸ ਦਾ ਕੰਮ ਵੀ ਥੋੜ੍ਹਾ ਮੋਟਾ ਇਸ ਤਰ੍ਹਾਂ ਦਾ ਹੁੰਦਾ ਹੈਗਾ। ਪਰ ਅਸੀਂ ਇਹ ਸੋਚਦੇ ਹਾਂ ਕਿ ਜੇ ਕਚਹਿਰੀ ਦੇ ਵਿੱਚ ਇਕੱਲਾ ਇਹ ਨਹੀਂਗਾ ਕਿ ਦੁੱਖ ਵਾਲਾ ਹੀ ਆਉਂਦਾ, ਕਾਫੀ ਇਹੋ ਜਿਹੇ ਕੰਮ ਹੈ ਜਿਹੜੇ ਸੁੱਖ ਨਾਲ ਵੀ ਹੁੰਦੇ ਆ ਉੱਥੇ। ਮੰਨ ਲਓ ਕਈ ਵਾਰੀ ਕੀ ਹੁੰਦਾ, ਇੱਕ ਮੈਂ ਆਪਦੇ ਤੇ ਲਵਾਂ, ਆਪਾਂ ਇੱਕ ਪ੍ਰੋਪਰਟੀ ਲੈਂਦੇ ਹਾਂ, ਆਪਾਂ ਖੁਸ਼ੀ ਦੇ ਵਜੋਂ ਬੱਚਿਆਂ ਦੇ ਨਾਮ ਕਰ ਦਿੰਦੇ ਹਾਂ। ਕੱਲ੍ਹ ਨੂੰ ਬਾਈ ਚਾਂਸ ਕਿਸੇ ਬੰਦੇ ਨੂੰ ਕੁਝ ਹੋ ਜਾਂਦਾ ਹੈ ਤਾਂ ਉਹ ਬੱਚਿਆਂ ਦੇ ਨਾਮ ਪ੍ਰੋਪਰਟੀ ਰਹਿ ਜਾਂਦੀ ਹੈ, ਪ੍ਰੋਪਰਟੀ ਪ੍ਰੋਪਰ ਯੂਟੀਲਾਈਜ਼ ਨਹੀਂ ਹੋ ਪਾਉਂਦੀ। ਫਿਰ ਕੀ ਕਰਦੇ ਆ, ਆਪਾਂ ਨੂੰ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਤਾਂ ਉਹ ਕੀ ਹੈ, ਇੱਕ ਤਰ੍ਹਾਂ ਦਾ ਆਪਣਾ ਕੰਮ ਵੇਖੋ ਦੁੱਖ ਤੋਂ ਬਾਅਦ ਆਉਂਦਾ ਹੈ, ਪਰ ਕੰਮ ਤਾਂ ਉਹ ਜ਼ਰੂਰੀ ਕੰਮ ਬਣ ਜਾਂਦਾ ਹੈ। ਕਿਸੇ ਦੇ ਕੋਈ ਪੈਸੇ ਬੈਂਕ 'ਚ ਰਹਿ ਗਏ ਆ, ਕਿਸੇ ਉਹਦੇ ਵਿਅਕਤੀ ਦੀ ਮੌਤ ਹੋ ਗਈ ਹੈ, ਤਾਂ ਵੀ ਜਿਹੜੀ ਪਰਮਿਸ਼ਨ ਕੋਰਟ ਤੋਂ ਲੈਣੀ ਪੈਂਦੀ ਹੈ। ਕਈਆਂ ਨੇ ਕੀ ਹੁੰਦਾ ਆਪਸ 'ਚ ਪਤੀ ਪਤਨੀ ਹੁੰਦੇ ਆ, ਉਹਨਾਂ ਦੇ ਮਤਲਬ ਆਪਸ 'ਚ ਭੇਦਭਾਵ ਹੋ ਜਾਂਦੇ ਆ, ਫਿਰ ਉਹਨਾਂ ਦਾ ਜਿਹੜਾ ਸੰਬੰਧ ਤੋੜਨ ਲਈ ਅਦਾਲਤ ਦਾ ਸਹਾਰਾ ਲਿਆ ਜਾਂਦਾ ਹੈ। ਸੋ ਕਾਫੀ ਕੰਮ ਅਜਿਹੇ ਹੈ ਜਿਹੜੇ ਦੁੱਖਾਂ ਦੇ ਵਿੱਚ ਨਹੀਂ, ਮਤਲਬ ਆਪਣੇ ਨਿੱਜੀ ਜੀਵਨ ਦੇ ਵਿੱਚ ਵੀ ਉਹਨਾਂ ਦੀ ਲੋੜ ਹੈ। ਇਸ ਕਰਕੇ ਉਹ ਆਪਾਂ ਨੂੰ ਅਦਾਲਤ ਦੇ ਵਿੱਚ ਜਾ ਕੇ ਹੀ ਕਰਵਾਉਣੇ ਪੈਂਦੇ ਆ। ਅਗਲਾ ਸਵਾਲ ਕਹਿ ਲਓ, ਸ਼ੰਕਾ ਕਹਿ ਲਓ, ਉਹ ਇਹ ਹੈ ਕਿ ਜਿਹੜੀ ਏਜੰਟੀ ਹੈ, ਏਜੰਟ ਪੁਣਾ ਕਚਹਿਰੀ ਦੇ ਵਿੱਚ, ਕਿਤੇ ਨਾ ਕਿਤੇ ਤੁਹਾਡੇ ਪੇਸ਼ੇ ਨੂੰ ਉਹਨੇ ਵੀ ਢਾਹ ਲਾਈ ਹੈ। ਬਿਲਕੁਲ ਢਾਹ ਲਾਈ ਹੈ। ਇਹ ਬੜਾ ਵੱਡਾ ਸਮੱਸਿਆ ਹੈ ਇਹ ਕਚਹਿਰੀ ਦੇ ਵਿੱਚ। ਇਹ ਇਕੱਲੀ ਮਤਲਬ ਸਾਡੀ ਇੱਥੋਂ ਦੀ ਕਚਹਿਰੀ ਦੇ ਨੇ, ਪੂਰੇ ਆਲ ਓਵਰ ਇੰਡੀਆ ਦੇ ਵਿੱਚ ਜਿੰਨੀਆਂ ਵੀ ਅਦਾਲਤਾਂ, ਜਦੋਂ ਕੋਈ ਵੀ ਨਵਾਂ ਬੰਦਾ ਆਪਦਾ ਕੰਮ ਸਟਾਰਟ ਕਰਦਾ ਹੈ, ਉਹ ਕੀ ਕਰਦਾ ਹੈ, ਇਹਨੂੰ ਕਹਿ ਦਿੰਦੇ ਆ ਮਾੜਾ ਪੱਖ, ਮਾੜੇ ਪੱਖ ਦਾ ਸਹਾਰਾ ਲੈਂਦਾ ਹੈ। ਜਦੋਂ ਕਿ ਉਹਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਮਿਹਨਤ ਨਾਲ ਕੰਮ ਕਰੇ, ਆਪਦੇ ਜਿਹੜੇ ਸੀਨੀਅਰਸ ਹੈ ਉਹਨਾਂ ਤੋਂ ਕੁਛ ਸਿੱਖੇ, ਅਦਾਲਤਾਂ ਤੋਂ ਸਿੱਖੇ, ਆਪੋਜਿਟ ਕਾਉਂਸਲ ਤੋਂ ਸਿੱਖੇ। ਫਿਰ ਉਸ ਤੋਂ ਬਾਅਦ ਜਿਹੜਾ ਉਹ ਹੌਲੀ ਹੌਲੀ ਉਹਦਾ ਜਿਹੜਾ ਇੱਕ ਦਾਇਰਾ ਬਣ ਜਾਂਦਾ ਹੈ, ਕਿਉਂਕਿ ਜਿਵੇਂ ਜਿਵੇਂ ਉਹਦੀ ਜਾਣ ਪਛਾਣ ਵੱਧਦੀ ਹੈ, ਉਹਨੂੰ ਕੰਮਾਂ ਕਾਰਾਂ ਦਾ ਪਤਾ ਲੱਗਦਾ ਕਿ ਮੈਂ ਕਿਸ ਤਰ੍ਹਾਂ ਦੇ ਕੇਸ ਲੜ ਸਕਦਾ, ਉਹ ਆਪਦੀ ਯੋਗਤਾ ਦੇ ਮੁਤਾਬਕ ਜਿਹੜਾ ਕੰਮ ਫੜਨਾ ਸ਼ੁਰੂ ਕਰੇ। ਪਰ ਇਹ ਜਿਹੜੀ ਏਜੰਟੀ ਹੈ ਇਹ ਬਹੁਤ ਇੱਕ ਘੁਣ ਵਾਂਗੂ ਖਾ ਰਹੀ ਹੈ, ਕਿਉਂਕਿ ਜਿਹੜਾ ਏਜੰਟ ਬੰਦਾ ਉਹਨੇ ਇਹ ਨਹੀਂ ਦੇਖਣਾ ਕਿ ਚੰਗਾ ਵਕੀਲ ਕੌਣ ਹੈ, ਕੀ ਉਹਦੇ 'ਚ ਯੋਗਤਾ ਹੈ। ਉਹਨੇ ਮਤਲਬ ਰੈਫਰੈਂਸ ਦੇ ਦੇਣਾ ਹੈ, ਜਿਹੜਾ ਕਿ ਬਹੁਤ ਹੀ ਬਾਅਦ ਵਿੱਚ ਘਾਤਕ ਸਿੱਧ ਹੁੰਦਾ ਹੈ। ਜਿਹਨੇ ਕੇਸ ਕਰਵਾਉਣਾ ਹੈ ਜਾਂ ਕਿਸੇ ਨੇ ਕੋਈ ਅਦਾਲਤੀ ਨਿਆਂ ਲੈਣਾ ਹੈ, ਉਹ ਫਿਰ ਪਿਛੜ ਜਾਂਦਾ ਇਸ ਚੀਜ਼ ਤੋਂ। ਅਕਸਰ ਨਾ ਹੁੰਦਾ ਹੀ ਇਸ ਤਰੀਕੇ ਦੇ ਨਾਲ ਆ ਕਿ ਕੁਝ ਬੰਦੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਸਰਕਾਰੀ ਕਿਸੇ ਨੌਕਰੀ 'ਚ, ਪ੍ਰਾਈਵੇਟ ਸੈਕਟਰ 'ਚ ਕਿਤੇ ਦੰਦਾ ਨਹੀਂ ਅੜਿਆ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕੁਝ ਕਹਿੰਦਾ, ਉਹ ਫਿਰ ਕਚਹਿਰੀ ਦੇ ਵਿੱਚ ਜਾ ਕੇ ਸੈੱਟ ਹੁੰਦੇ ਨੇ।
ਕਿਸੇ ਨਾ ਕਿਸੇ ਤਰੀਕੇ ਨਾਲ ਮੂਹਰੇ ਕਾਗਜ਼ ਪੱਤਰ ਚੱਕਣੇ, ਉਧਰੋਂ ਫੜਾਉਣੇ, ਕੋਈ ਫਾਈਲ ਇੱਧਰੋਂ ਇੱਧਰ ਦੇ ਦੇਣੀ, ਜਿਹੜੇ ਇਹੋ ਜਿਹੇ ਕੰਮ ਵਾਲੇ ਆ, ਜੇ ਤਾਂ ਇੱਥੋਂ ਤੱਕਰ ਕਹਿਣ ਦਾ ਭਾਵ ਆਪਣੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੰਮ ਕਰਦੇ ਆ ਤਾਂ ਜਾਇਜ਼ ਹੈ। ਕਈ ਵਾਰੀ ਫਿਰ ਜਦੋਂ ਇਹ ਆਪੇ ਵਕੀਲ ਵੀ ਬਣ ਪੈਂਦੇ ਆ, ਉਹਦੇ ਜਿਹੜੇ ਖਮਿਆਜ਼ੇ ਹੁੰਦੇ ਉਹ ਪਬਲਿਕ ਵੀ ਭੁਗਤਦੀ ਹੈ, ਅਤੇ ਤੁਹਾਡੇ ਵੀ ਅੰਦਾਜ਼ੇ ਵਿੱਚ ਕੋਈ ਇੱਦਾਂ ਦੀਆਂ ਘਟਨਾਵਾਂ ਹੋਣਗੀਆਂ ਜਾਂ ਇੱਦਾਂ ਦੇ ਕਿੱਸੇ ਜ਼ਰੂਰ ਹੋਣਗੇ। ਅਸਲ ਦੇ ਵਿੱਚ ਕੀ ਹੈ ਬਾਈ ਜਸਵਿੰਦਰ, ਇਹਦੇ ਵਿੱਚ ਕੀ ਹੈ, ਕਚਹਿਰੀ ਦੇ ਵਿੱਚ ਹਰ ਡਿਪਾਰਟਮੈਂਟ ਦੇ ਲੋਕ ਨੇ ਆਉਣਾ ਜੀ, ਹਰ ਤਰ੍ਹਾਂ ਦਾ ਰਿਕਾਰਡ ਇੱਥੇ ਹੁੰਦਾ ਹੈ। ਬੰਦਾ ਇੱਥੇ ਅਵੇਅਰ ਹੀ ਬਹੁਤ ਜ਼ਿਆਦਾ ਹੋ ਜਾਂਦਾ ਹੈ, ਉਹਨੂੰ ਹਰ ਮਤਲਬ ਡਿਪਾਰਟਮੈਂਟ ਦੀ ਨੌਲੇਜ ਹੋ ਜਾਂਦੀ ਹੈ, ਕੀ ਤਰ੍ਹਾਂ ਮਤਲਬ ਕਿਸੇ ਮਹਿਕਮੇ ਦੇ ਵਿੱਚ ਕੀ ਪ੍ਰੋਸੀਜਰ ਹੈ ਉਹਦਾ ਬਾਰੇ ਪਤਾ ਲੱਗ ਜਾਂਦਾ ਹੈ। ਆਟੋਮੈਟਿਕਲੀ ਬੰਦੇ ਨੂੰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਆ ਜਾਂਦਾ ਵੀ ਮੈਂ ਇਹਦਾ ਕੰਮ ਕਰਵਾ ਸਕਦਾ। ਉਹ ਕੀ ਕਰਦਾ ਫਿਰ ਆਪਣੇ ਆਪ ਹੀ ਜਿਹੜੀਆਂ ਫਾਈਲਾਂ ਚੱਕ ਕੇ ਆਉਂਦਾ, ਲਿਆਓ ਮੈਂ ਤੁਹਾਡਾ ਕੰਮ ਕਰਵਾ ਦਿੰਦਾ। ਹੌਲੀ ਹੌਲੀ ਉਹਦਾ ਕੌਨਫੀਡੈਂਸ ਲੈਵਲ ਇੰਨਾ ਵੱਧ ਜਾਂਦਾ, ਉਹਨੂੰ ਇਹ ਲੱਗਦਾ ਕਿ ਮੈਂ ਬਾਕੀ ਸਾਰਾ ਕੰਮ ਤਾਂ ਕਰ ਲੈਣਾ, ਹੁਣ ਇੱਕ ਮੋਹਰ ਤੇ ਦਸਤਖਤ ਨਹੀਂ ਕਰ ਸਕਦਾ, ਚਲੋ ਮੈਂ ਵੀ ਹੁਣ ਜਿਹੜਾ ਲਾ ਗ੍ਰੈਜੂਏਸ਼ਨ ਕਰ ਲਾਂ। ਫਿਰ ਕਈ ਵਾਰੀ ਉਹ ਇਸ ਤਰ੍ਹਾਂ ਦੇ ਬੰਦੇ ਵੀ ਜਿਹੜੇ ਆ ਜਾਂਦੇ ਐਂਟਰ ਹੋ ਜਾਂਦੇ ਆ। ਪਰ ਬਹੁਤ ਸਾਰੇ ਜਿਹੜੇ ਮੈਂ ਕਹਿੰਦਾ ਬਹੁਤ ਗਿਣਤੀ ਜਿਹੜੀ ਉਹ ਇੱਕ ਕਾਬਲ ਵਕੀਲਾਂ ਦੀ ਹੈ, ਅਤੇ ਜਦੋਂ ਇੱਕ ਵਕੀਲ ਆਪਦਾ ਲਾਇਸੈਂਸ ਲੈ ਲੈਂਦਾ ਤਾਂ ਆਪਦੀ ਯੋਗਤਾ ਨੂੰ ਵੀ ਦੇਖਦਾ, ਅਤੇ ਉਸ ਤੋਂ ਬਾਅਦ ਜਿਹੜਾ ਆਪਣੇ ਆਪ ਦੇ ਮਤਲਬ ਅਕਸ ਨੂੰ ਵੀ ਸੁਧਾਰਦਾ। ਅਤੇ ਬਈ ਨਸ਼ੇ ਨੂੰ ਲੈ ਕੇ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋਵੋਗੇ ਕਿ ਧਾਰਾਵਾਂ ਜਾਂ ਕਾਨੂੰਨ ਤੁਸੀਂ ਦੱਸ ਰਹੇ ਸੀ ਇਸ ਤੋਂ ਪਹਿਲਾਂ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ, ਬਹੁਤ ਸਖਤ ਹੈ। ਪਰ ਸਖਤ ਕਾਨੂੰਨ ਹੋਣ ਦੇ ਬਾਵਜੂਦ ਵੀ ਤੁਹਾਨੂੰ ਲੱਗਦਾ ਕਿ ਹਲੇ ਹੋਰ ਵੀ ਸੁਧਾਰ ਹੋ ਸਕਦੇ ਆ? ਨਸ਼ੇ ਨੂੰ ਵੇਚਣ ਨੂੰ ਲੈ ਕੇ, ਨਸ਼ੇ ਨੂੰ ਇੱਧਰ ਉੱਧਰ ਚੋਂ ਪੈਸਾ ਕਮਾਉਣਾ, ਜਿਹਨੂੰ ਡਰੱਗ ਮਨੀ ਕਹਿ ਦਿੰਦੇ ਆ, ਇਹਦੇ ਉੱਤੇ ਕੋਈ ਕੰਟਰੋਲ ਜਾਂ ਅਦਾਲਤ ਹੋਰ ਵੀ ਸਖਤ ਸਕੰਜਾ ਕਰ ਸਕਦੀ ਹੈ? ਬਿਲਕੁਲ ਹੋ ਸਕਦਾ ਇਹਦੇ 'ਚ, ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਕਾਨੂੰਨ ਹੈ ਕਾਫੀ ਸਮਾਂ ਪਹਿਲਾਂ ਦਾ ਬਣਿਆ ਹੋਇਆ ਹੈ। ਜਦੋਂ ਸਮੇਂ ਦੇ ਮੁਤਾਬਕ ਕਾਨੂੰਨ ਬਦਲਦਾ ਹੈ ਤਾਂ ਉਹ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦਾ ਹੈ। NDPS ਜਿਹੜਾ ਐਕਟ ਬਣਿਆ ਹੋਇਆ ਹੈ ਇਹ ਬੜਾ ਸਖਤ ਹੈ। ਨਸ਼ੇ ਨੂੰ ਲੈ ਕੇ ਬਹੁਤ ਇਹਦੇ ਵਿੱਚ ਮਤਲਬ ਸਖਤਾਈ ਵਰਤੀ ਜਾਂਦੀ ਹੈ। ਕੋਈ ਵੀ ਬੰਦਾ ਨਸ਼ੇ ਨੂੰ ਲੈ ਕੇ, ਚਾਹੇ ਉਹ ਪੋਜੈਸ਼ਨ 'ਚ ਹੋਵੇ, ਚਾਹੇ ਉਹ ਸੈਲਿੰਗ 'ਚ ਹੋਵੇ, ਜਦੋਂ ਫੜਿਆ ਜਾਂਦਾ ਹੈਗਾ ਤਾਂ ਉਹਨੂੰ ਤਕਰੀਬਨ ਅਸੀਂ ਤਾਂ ਇਹ ਸੋਚਦੇ ਹੁੰਦੇ ਹਾਂ ਕਿ ਜਿਹੜੀਆਂ ਸੈਸ਼ਨ ਕੋਰਟ ਦੀਆਂ ਅਦਾਲਤਾਂ ਹੈ ਤਕਰੀਬਨ 10 ਸਾਲ ਦੀ ਸਜ਼ਾ ਸੁਣਾਉਂਦੀਆਂ, ਜਿਹੜਾ ਕਿ ਇੱਕ ਜੇ ਬੰਦਾ ਫੜਿਆ ਜਾਂਦਾ ਤਾਂ ਘੱਟੋ ਘੱਟ 10 ਬੰਦਿਆਂ ਦੇ ਹੋਰ ਵੀ ਕਾਰਨ ਹੁੰਦੇ ਆ। ਹਾਂ ਬਿਲਕੁਲ। ਤਲਾਕ ਦੇ ਜਿਹੜੇ ਮੁੱਦੇ ਹੁੰਦੇ ਆ, ਤੁਹਾਡੇ ਕੋਲ ਇੱਦਾਂ ਦੇ ਕੇਸ ਆਉਂਦੇ ਹੋਣਗੇ। ਤਲਾਕ ਦੇ ਕੇਸ ਕਈ ਵਾਰੀ ਬਹੁਤ ਲੰਬੇ ਚਲੇ ਜਾਂਦੇ ਆ। ਬੰਦਾ ਜਦੋਂ ਕਚਹਿਰੀ 'ਚ ਆਉਂਦਾ ਉਦੋਂ 2 ਜਵਾਕ ਹੁੰਦੇ ਆ, ਅਤੇ ਜਿੱਦੇ ਤਲਾਕ ਹੁੰਦਾ ਹੈ ਜਾਂ ਤਲਾਕ ਦੇ ਉੱਤੇ ਕੋਈ ਸਹਿਮਤੀ ਬਣਦੀ ਹੈ ਉਹਦੇ 3 ਜਾਂ 4 ਵੀ ਹੋ ਜਾਂਦੇ ਆ। ਇਹਦੇ ਵਿੱਚ ਬਾਈ ਪਤਾ ਕੀ ਗੱਲ ਹੈ, ਸਭ ਤੋਂ ਪਹਿਲਾਂ ਇਹ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਮੈਟਰੀਮੋਨੀਅਲ ਜਿਹੜਾ ਡਿਸਪਿਊਟ ਹੈ ਉਹਦੇ ਵਿੱਚ ਚਾਹੇ ਤਲਾਕ ਹੈ, ਚਾਹੇ ਕੋਈ ਖਰਚੇ ਦਾ, ਚਾਹੇ ਹੋਰ ਹੈ, ਜਦੋਂ ਕੋਰਟ ਦੇ ਕੋਲੇ ਬੰਦਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਕੋਰਟ ਦਾ ਮਾਈਂਡ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਕਿਸੇ ਦਾ ਵੀ ਘਰ ਟੁੱਟੇ ਨਾ। ਇਹਨਾਂ ਨੂੰ ਵੱਧ ਤੋਂ ਵੱਧ ਮੌਕੇ ਦਿਓ, ਜੇ ਕਿਸੇ ਤਰ੍ਹਾਂ ਨਾਲ ਦੁਬਾਰਾ ਇਕੱਠੇ ਹੋਣ, ਇਹਨਾਂ ਦਾ ਤਲਾਕ ਨਾ ਹੀ ਹੋਵੇ। ਸੋ ਮਤਲਬ ਜੁਡੀਸ਼ੀਅਲ ਅਫਸਰ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ, ਅਤੇ ਤਕਰੀਬਨ ਜਿਹੜੇ ਦੋਨੇ ਪਾਸੇ ਦੇ ਕੌਂਸਲ ਹੁੰਦੇ, ਐਡਵੋਕੇਟ ਹੁੰਦੇ, ਉਹਨਾਂ ਦੀ ਵੀ ਇਹੀ ਹੁੰਦੀ ਹੈ ਕਿ ਇਹ ਜਿਹੜਾ ਘਰ ਹੈ ਵਸ ਜੇ, ਟੁੱਟੇ ਨਾ। ਫਿਰ ਉਹ ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਬਾਏ ਚਾਂਸ ਦਿੰਦੇ ਹੈ ਕਿ 6 ਮਹੀਨਿਆਂ ਦਾ ਸਮਾਂ ਦੇਤਾ, ਜੇ ਤੁਸੀਂ ਇਕੱਠੇ ਰਹਿ ਸਕਦੇ ਹੋ ਤਾਂ ਜ਼ਿਆਦਾ ਵੈਲ ਐਂਡ ਗੁੱਡ ਹੈ। ਪਰ ਕਈ ਵਾਰੀ ਕੀ ਹੁੰਦਾ ਕਿ ਆਦਮੀ ਪਹਿਲਾਂ ਸੋਚ ਕੇ ਰੱਖਦਾ ਵੀ ਨਹੀਂ, ਨਾ ਤਾਂ ਮੈਂ ਇਹਨੂੰ ਤਲਾਕ ਦੇਣਾ, ਮੈਂ ਤਾਂ ਇਹਨੂੰ ਖੱਜਲ ਹੀ ਕਰਨਾ, ਜਿਵੇਂ ਆਪਣੀ ਦੇਸੀ ਭਾਸ਼ਾ 'ਚ ਕਹਿ ਦਿੰਦੇ ਆ ਵੀ ਇਹਨੂੰ ਖੱਜਲ ਹੀ ਕਰਨਾ। ਜਾਂ ਕਈ ਵਾਰੀ ਲੇਡੀਜ਼ ਇਹ ਕਹਿ ਦਿੰਦੀ ਹੈ ਵੀ ਇਹ ਤੋਂ ਲੈਣਾ ਵੀ ਕੁਛ ਨਹੀਂ, ਇਹਨੂੰ ਦੇਣਾ ਵੀ ਕੁਛ ਨਹੀਂ, ਵੱਖ ਵੀ ਨਹੀਂ ਹੋਣਾ, ਜਿਹੜਾ ਮੈਂ ਤਾਂ ਸਿਰਫ ਖਰਚਾ ਲੈਣਾ, ਨਾ ਇਹਨੂੰ ਵਿਆਹ ਕਰਾਉਣ ਦੇਵਾਂ ਨਾ ਮੈਂ ਆਪ ਕਰਾਵਾਂ। ਉੱਥੇ ਜਿਹੜੀ ਜ਼ਿੰਦਗੀ ਉਹ ਬੱਚਿਆਂ ਦੀ ਰੁਲ ਜਾਂਦੀ ਹੈ। ਸੋ ਇਹ ਹੈ ਕਿ ਪਹਿਲੀ ਗੱਲ ਤਾਂ ਇਸ ਤਰ੍ਹਾਂ ਦਾ ਚੱਕਰ ਕਿਸੇ ਦਾ ਪਵੇ ਨਾ, ਜੇ ਪੈਂਦਾ ਹੈ ਤਾਂ ਉਹਨਾਂ ਨੂੰ ਪਹਿਲਾਂ ਆਪਣੇ ਘਰੇ ਹੀ ਜਿਹੜਾ ਹੈ ਸੁਲਝ ਕੇ ਇੱਥੇ ਫਿਰ ਅਦਾਲਤ ਵੱਲ ਆਉਣਾ ਚਾਹੀਦਾ। ਬਈ ਤਲਾਕ ਦੇ ਤੁਸੀਂ ਕਾਰਨ ਕਿਹੜੇ ਮੰਨਦੇ ਹੋ? ਤੁਹਾਡੇ ਕੋਲ ਤਾਂ ਬਹੁਤ ਤਲਾਕਾਂ ਵਾਲੇ ਕੇਸ ਆਉਂਦੇ ਹੋਣਗੇ, ਵੀ ਵੱਡਾ ਅਸਲ ਵਿੱਚ ਮੁੱਦਾ ਕੀ ਹੁੰਦਾ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਇਹਦੇ ਕਰਕੇ ਯਾਰ ਸਭ ਤੋਂ ਵੱਧ ਤਲਾਕ ਹੁੰਦੇ ਆ? ਇਹਦੇ ਬਾਰੇ ਦੱਸ ਤਾਂ ਸਕਦੇ ਆ, ਪਰ ਹੋ ਸਕਦਾ ਹੈ ਵਿਊਅਰ ਨੂੰ ਇਹ ਨਾ ਚੰਗਾ ਲੱਗੇ। ਮੋਸਟਲੀ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਜਿਹੜੀਆਂ ਲੜਕੀਆਂ ਉਹ ਪੜ੍ਹੀਆਂ ਲਿਖੀਆਂ, ਪੇਸ਼ੈਂਸ ਪਾਵਰ ਉਹਨਾਂ ਦੀ ਘੱਟ ਚੁੱਕੀ ਹੈਗੀ। ਇੱਕ ਜਿਹੜਾ ਉਹਨਾਂ ਦੇ ਮਾਤਾ ਪਿਤਾ ਦਾ ਇੰਟਰਫੇਰੈਂਸ ਹੈ ਉਹ ਸਹੁਰੇ ਘਰ ਦੇ ਵਿੱਚ ਜਾ ਕੇ ਫਿਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ, ਉੱਥੇ ਜਾ ਕੇ ਜਿਹੜਾ ਤਲਾਕ ਦਾ ਵੱਡਾ ਕਾਰਨ ਬਣਦਾ ਹੈ। ਅਸੀਂ ਪਹਿਲਾਂ ਹੀ ਇਹ ਪੁੱਛ ਲੈਂਦੇ ਹਾਂ ਜਦੋਂ ਕੋਈ ਲੜਕਾ ਸਾਡੇ ਕੋਲੇ ਆਉਂਦਾ ਕਿ ਤੁਹਾਡੀ ਲੜਾਈ ਦਾ ਕਾਰਨ ਕੀ ਹੈ, ਕੋਈ ਤੇਰੀ ਸੱਸ ਤਾਂ ਨਹੀਂ ਫੋਨ ਕਰਦੀ? ਉਹ ਕਹਿੰਦੇ ਹਾਂਜੀ ਤੁਹਾਨੂੰ ਪਤਾ। ਅਸੀਂ ਕਹਿੰਦੇ ਹਾਂ ਇਹ ਤਾਂ ਪਤਾ ਸਾਨੂੰ ਵੀ ਸੱਸ ਦਾ ਜ਼ਿਆਦਾ ਫੋਨ ਆਉਂਦਾ ਹੋਣਾ, ਇਸੇ ਕਰਕੇ ਜਿਹੜਾ ਇਹਨੂੰ ਜ਼ਿਆਦਾ ਬਲ ਮਿਲਦਾ। ਨਹੀਂ ਤਾਂ ਅੱਗੇ ਕੀ ਹੁੰਦਾ ਸੀ, ਲੇਡੀਜ਼ ਨੂੰ ਕੋਈ ਜੇ ਤਕਲੀਫ ਵੀ ਹੁੰਦੀ ਸੀ, ਜਦੋਂ ਨੂੰ ਉਹਦੇ ਪੇਕੇ ਘਰ ਪਤਾ ਲੱਗਣਾ ਉਦੋਂ ਨੂੰ ਸੌਟ ਆਊਟ ਹੋ ਜਾਂਦੀ ਸੀਗੀ। ਅੱਜ ਕੱਲ੍ਹ ਜਿਹੜੇ ਫੋਨ ਹੈ ਇਹ ਵੀ ਬੜੀ ਵੱਡੀ ਸਮੱਸਿਆ ਹੈ।
ਇਹ ਘਰ ਨਹੀਂ ਵਸਣ ਦਿੰਦੇਗੇ ਜਿਹੜੇ। ਇੱਕ ਉਹਨਾਂ ਦੀ ਮਾਤਾ ਦਾ ਫੋਨ ਆ ਜਾਣਾ ਵਾਰੀ-ਵਾਰੀ, ਅੱਜ ਮੈਨੂੰ ਆਹ ਹੋਇਆ, ਆਹ ਹੋਇਆ, ਤੈਨੂੰ ਕੀ ਕਹਿੰਦਾ ਸੀ, ਤੂੰ ਉਹ ਇਹ ਨਹੀਂ ਕਿਹਾਗਾ। ਫਿਰ ਉਹ ਕਹਿੰਦੀ ਹੈ ਨਹੀਂ ਮੈਂ ਇਹ ਤਾਂ ਕਹਿਤਾ ਸੀਗਾ, ਸਾਨੂੰ ਨਹੀਂ ਦੱਸਿਆ ਸੀ, ਮੈਂ ਇਹ ਤਾਂ ਕਹਿਤਾ ਸੀਗਾ, ਹੁਣ ਅਗਲੇ ਵਾਰੀ ਮੈਂ ਇਹ ਕਹੂੰਗੀ। ਹਾਂ, ਸਾਨੂੰ ਦੱਸੀ ਅਸੀਂ ਉਦੋਂ ਹੀ ਆ ਜਾਾਂਗੇ। ਹਾਂ, ਅਸੀਂ ਉਸੇ ਟਾਈਮ ਹੀ ਆ ਜਾਾਂਗੇ। ਜਿਹੜੀ ਹਾਂ ਉਦੋਂ ਜਾਣ ਵਾਲੀ ਗੱਲ ਹੈ ਨਾ, ਜਿਹੜੀ ਉਹਨੇ ਮੇਰੇ ਖਿਆਲ ਨਾਲ ਡਿਸਪਿਊਟ ਬਾਲੇ ਵੱਡੇ ਕਰ ਡਿਸਪਿਊਟ ਵੱਡੇ। ਹਾਂ, ਇਹ ਜਿਹੜਾ ਫੋਨ ਹੈ ਨਾ, ਫੋਨ ਵੀ ਇੱਕ ਬੜੀ ਵੱਡੀ ਸਮੱਸਿਆ ਬਣ ਚੁੱਕੀ ਹੈ। ਉਹ ਤਾਂ ਖੈਰ ਸੋਸ਼ਲ ਮੀਡੀਆ ਚੰਗਾ, ਪਰ ਜਦੋਂ ਬੰਦਾ ਰੀਲਾਂ ਦੇ ਉੱਤੇ ਨੱਚਦਾ ਹੈ, ਹਾਂਜੀ, ਜਾਂ ਕਿਸੇ ਆਪਦੀ ਇੱਜ਼ਤ ਨੂੰ ਨੱਚਦਾ ਵੇਖਦਾ, ਮੈਂ ਨੱਚਣ ਨੂੰ ਮਾੜਾ ਨਹੀਂ ਕਹਿੰਦਾ, ਪਰ ਨੱਚਣ ਦੇ ਤਰੀਕੇ ਤੇ ਡਰੈਸਿੰਗ ਸੈਂਸ ਦੀ ਮੈਂ ਗੱਲ ਕਰਦਾ, ਕਿਉਂਕਿ ਨੱਚਣ ਇੱਕ ਕਲਾ ਹੈ। ਹਾਂ ਬਿਲਕੁਲ, ਇੱਕ ਤਰ੍ਹਾਂ ਦੀ ਇਹ ਵੀ ਐਕਸਰਸਾਈਜ਼ ਹੈ। ਹਾਂ ਬਿਲਕੁਲ, ਪਰ ਉਹ ਕਿਸੇ ਦਾਇਰੇ ਦੇ ਵਿੱਚ ਹੋਵੇ ਤਾਂ ਉਹ ਚੰਗੀ ਹੈ। ਬਿਲਕੁਲ। ਤੇ ਉਦੋਂ ਬਾਅਦ ਵੀ ਫਿਰ ਮਾਣ ਮਰਿਆਦਾਵਾਂ ਜਦੋਂ ਭੁੱਲ ਜਾਂਦੇ ਆ, ਫਿਰ ਇਹੋ ਕੁਝ ਹੀ ਹੋਣਾ ਹੈਗਾ। ਹਾਂ, ਫਿਰ ਉਦੋਂ ਤਾਂ ਫਿਰ ਤਲਾਕਾਂ ਤੇ ਹੀ ਆਉਂਦੀ ਹੈ। ਬਿਲਕੁਲ ਜੀ। ਤੇ ਇਹ ਤਲਾਕ ਦੀ ਜਿਹੜੀ ਰੇਸ਼ੋ ਆ ਬਾਈ ਵੱਧ ਰਹੀ ਹੈ, ਇਹ ਦਿਨੋਂ ਦਿਨ ਵੱਧ ਰਹੀ ਹੈ। ਪਹਿਲਾਂ ਆਪਣੇ ਏਰੀਏ ਦੇ ਵਿੱਚ ਜਿਵੇਂ ਮਾਲਵਾ ਦੇ ਵਿੱਚ ਕਾਫੀ ਘੱਟ ਸੀਗੀ, ਪਰ ਹੁਣ ਜਿਵੇਂ ਚਿੱਟੇ ਨੂੰ ਲੈ ਕੇ ਜਿਹੜੀ ਇਹ ਸਮੱਸਿਆ ਬਹੁਤ ਵੱਧ ਰਹੀ ਹੈ। ਕਿਉਂਕਿ ਜਦੋਂ ਕਿਸੇ ਲੜਕੀ ਨੂੰ ਪੁੱਛੀਦਾ ਕਿ ਤੈਨੂੰ ਕੀ ਸਮੱਸਿਆ, ਵਧੀਆ ਜ਼ਮੀਨ ਜਾਇਦਾਦ ਹੈ, ਤਾਂ ਉਹਦਾ ਜਿਹੜਾ ਮੇਨ ਕਾਰਨ ਇਹ ਹੁੰਦਾ ਹੈ ਕਿ ਮੇਰਾ ਪਤੀ ਆ ਉਹ ਚਿੱਟੇ ਦੇ ਨਸ਼ੇ ਦਾ ਆਦੀ ਹੈ। ਫਿਰ ਉੱਥੇ ਸਾਨੂੰ ਵੀ ਚੁੱਪ ਕਰਨਾ ਪੈਂਦਾ ਹੈ ਵੀ ਇਸ ਤੋਂ ਅੱਗੇ ਚਿੱਟੇ ਵਾਲਾ ਬੰਦਾ ਤਾਂ ਮੌਤ ਦੇ ਮੂੰਹ ਨੂੰ ਜਾ ਰਿਹਾ ਹੈਗਾ, ਇਹ ਤੋਂ ਵਾਪਸ ਮੁੜਨਾ ਤਾਂ ਬਹੁਤ ਔਖਾ ਹੈ। ਅੱਛਾ, ਇਹ ਵੀ ਬਾਈ ਇੱਕ ਧੱਕਾ ਹਨਾ, ਕੁੜੀ ਦਾ ਵਿਆਹ ਜਦੋਂ ਕੀਤਾ ਜਾਂਦਾ ਹੈ ਤਾਂ ਉਦੋਂ ਇਸ ਕਰਕੇ ਕੀਤਾ ਜਾਂਦਾ ਵੀ ਮੁੰਡਾ ਵਿਗੜ ਗਿਆ, ਅਖੇ ਇਹਨੂੰ ਵਿਆਹ ਦਿਓ, ਇਹ ਸੁਧਰ ਜੂਗਾ, ਤਾਂ ਇੱਕ ਬਲੀ ਦੇ ਦਿੱਤੀ ਜਾਂਦੀ ਹੈ ਕੁੜੀ ਦੀ ਸੁਧਾਰਨ ਖਾਤਰ। ਤੇ ਇਹ ਵੀ ਕਿਤੇ ਨਾ ਕਿਤੇ ਤਲਾਕ ਦੇ ਕਾਰਨ ਬਣਦੇ ਹੋਣਗੇ ਨਾ, ਕਿ ਕੁੜੀ ਆ ਕੇ ਕਹਿੰਦੀ ਹੋਊਗੀ ਬਾਈ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ, ਤਾਂ ਪਹਿਲਾਂ ਤੋਂ ਹੀ ਕਰਦਾ ਸੀ। ਬਿਲਕੁਲ। ਇੱਕ ਪਿੱਛੇ ਜੇ ਮੈਂ ਦੇਖਿਆ ਕਿ ਇੱਕ ਲੜਕੇ ਨੂੰ ਕੋਈ ਪੁੱਛਣ ਆਇਆ ਕਿ ਤੁਹਾਡੇ ਪਿੰਡ ਫਲਾਣੇ ਮੁੰਡੇ ਨੂੰ ਜਿਹੜਾ ਰਿਸ਼ਤਾ ਕਰ ਰਹੇ ਆ ਮੇਰੀ ਧੀ ਦਾ, ਉਹ ਕਹਿੰਦਾ ਯਾਰ ਉਹ ਤਾਂ ਮੇਰੇ ਤਾਏ ਦਾ ਮੁੰਡਾ ਹੈ ਤੇ ਉਹ ਚਿੱਟਾ ਪੀਂਦਾ, ਤੁਹਾਨੂੰ ਨਹੀਂ ਇਸ ਬਾਰੇ ਪਤਾ? ਉਹ ਆਂਦਾ ਵੀ ਸਾਨੂੰ ਤਾਂ ਨਹੀਂ ਪਤਾ। ਉਹ ਆਂਦਾ ਬੇਸ਼ੱਕ ਉਹ ਮੇਰੇ ਤਾਏ ਦਾ ਲੜਕਾ ਹੈ, ਪਰ ਮੈਂ ਜਿਵੇਂ ਮੇਰੀ ਭੈਣ ਘਰੇ ਬੈਠੀ ਹੈ, ਮੈਂ ਕਿਸੇ ਦੀ ਭੈਣ ਨੂੰ ਨਹੀਂ ਬੈਠਣ ਦੇਵਾਂਗਾ। ਫਿਰ ਕੀ ਕਰਦਾ ਉਹ ਉਹਨਾਂ ਦੇ ਘਰੇ ਜਾਂਦਾ ਹੈ ਆਪਦੇ ਤਾਏ ਕੇ। ਉਹ ਕਹਿੰਦਾ ਜਦੋਂ ਤੁਹਾਨੂੰ ਪਤਾ ਸੀਗਾ ਵੀ ਆਪਣਾ ਬੇਟਾ ਜਿਹੜਾ ਉਹ ਨਸ਼ਾ ਕਰਦਾ ਹੈ, ਤੁਸੀਂ ਕਿਸੇ ਦੀ ਧੀ ਕਿਉਂ ਡੋਬ ਰਹੇ ਆ? ਉਹ ਕਹਿੰਦਾ ਅਸੀਂ ਤਾਂ ਇਹ ਸੋਚਿਆ ਸੀਗਾ ਵੀ ਚਲੋ ਸੁਧਰ ਜੂਗਾ। ਉਹ ਆਂਦਾ ਇਹਨੇ ਸੁਧਰਨਾ ਕਿ ਨਹੀਂ ਸੁਧਰਨਾ, ਪਰ ਕਿਸੇ ਦਾ ਘਰ ਤਾਂ ਨਾ ਉਜਾੜੋ। ਬਿਲਕੁਲ ਬਿਲਕੁਲ, ਬਲੀ ਨਾ ਦਿਓ, ਬਲੀ ਨਾ ਦਿਓ। ਤੇ ਉਹ ਵੀ ਤਲਾਕ ਵਿੱਚ ਫਿਰ ਕੇਸ ਉਦੋਂ ਜਦੋਂ ਆਉਂਦੇ ਆ ਤੇ ਉਦੋਂ ਰੋਣ ਨਿਕਲਦਾ ਹੋਊ ਬਾਈ, ਹੈ ਤਾਂ ਅਕਸਰ ਅਸੀਂ ਇਨਸਾਨ ਹੀ, ਯਾਰ ਆਹ ਕੀ ਹੋ ਰਿਹਾ। ਅਸੀਂ ਖੁਦ ਜੁੜੇ ਇਹਨਾਂ ਰਿਸ਼ਤਿਆਂ ਦੇ ਨਾਲ, ਕਿਉਂਕਿ ਸਾਨੂੰ ਇਹ ਲੱਗਦਾ ਕਿ ਇਹ ਬਹੁਤ ਮਾੜਾ ਹੋ ਰਿਹਾ। ਜਿਵੇਂ ਅਸੀਂ ਹੱਸਦੇ ਵਸਦੇ ਉਵੇਂ ਸਾਰੇ ਵਸਣ, ਕਿਉਂ ਕਿਸੇ ਦਾ ਘਰ ਉਜੜੇ? ਕਿਉਂਕਿ ਬੱਚੇ ਰੁੱਲ ਜਾਂਦੇ ਉਹਨਾਂ ਦੇ। ਬਾਈ ਵਕੀਲੀ ਨੂੰ ਲੈ ਕੇ ਨਾ ਫੀਸ ਆ ਜਿਹੜੀ, ਉਹ ਸਭ ਤੋਂ ਵੱਡਾ ਡਰ ਹੁੰਦਾ ਹੈ ਇੱਕ ਆਮ ਬੰਦੇ ਦੇ ਦਿਮਾਗ 'ਚ। ਉਹ ਜਦੋਂ ਕਚਹਿਰੀ ਨੂੰ ਤੁਰਦਾ ਨਾ, ਪਹਿਲਾਂ ਉਹ ਬਟੂਏ ਨਹੀਂ ਵੇਂਦਾ ਵੀ ਹੈਗੇ ਇੰਨੇ ਕਿ ਕਚਹਿਰੀ ਜਾਣ ਜੋਗਰੇ, ਫਿਰ ਉਹ ਕਚਹਿਰੀ ਜਾਂਦਾ ਹੈ। ਬਈ ਫੀਸਾਂ ਕੇਸਾਂ ਦੇ ਅਕੋਰਡਿੰਗ ਨਿਸ਼ਚਿਤ ਹੁੰਦੀਆਂ, ਫੀਸਾਂ ਵੱਡੀ ਕਾਰ ਵੇਖ ਕੇ, ਕੋਰਟ ਵੇਖ ਕੇ ਨਿਸ਼ਚਿਤ ਹੁੰਦੀਆਂ, ਜਾਂ ਫਿਰ ਕੇਸ ਦਾ ਟਾਈਮ ਪੀਰੀਅਡ ਵੇਖ ਕੇ ਵੀ ਇਹ ਬਹੁਤ ਲੰਬਾ ਚੱਲ ਸਕਦਾ, ਇੰਨੀ ਕੁ ਫੀਸ ਵਿੱਚ ਚਾਹੀਦੀ ਹੈ। ਕਿਵੇਂ ਹੁੰਦੀ ਹੈ ਕਚਹਿਰੀ ਦੀ ਫੀਸ? ਜਿਹੜੇ ਵਕੀਲ ਲੈਂਦੇ ਆ ਉਹ ਕਿਸ ਚੀਜ਼ ਨੂੰ ਆਧਾਰ ਬਣਾਉਂਦੇ ਵੀ ਇੰਨੀ ਫੀਸ ਲੱਗਣੀ? ਮੋਸਟਲੀ ਕੀ ਹੈ ਨਾ, ਅਲੱਗ-ਅਲੱਗ ਕੇਸ ਹੁੰਦੇ ਆ, ਉਹਨਾਂ ਦਾ ਸਬਜੈਕਟ ਮੈਟਰ ਕੀ ਹੈ, ਕਿਸੇ ਦੇ ਵਿੱਚ ਕਿੰਨੀ ਜ਼ਮੀਨ ਇਨਵੋਲਵ ਹੈ, ਉਹ 'ਤੇ ਕਿੰਨਾ ਟਾਈਮ ਲੱਗਣਾ ਹੈਗਾ, ਇਹ ਸਾਰਾ ਕੁਝ ਵੇਖਿਆ ਜਾਂਦਾ ਹੈ। ਅਸਲ ਦੇ ਵਿੱਚ ਜਿਹੜਾ ਐਡਵੋਕੇਟ ਹੈ ਨਾ, ਇਹ ਕੀ ਕਰਦਾ ਹੈ, ਇੱਕ ਲੀਗਲ ਸਰਵਿਸ ਦੇ ਰਿਹਾ ਹੈਗਾ ਟੂ ਰੀਪ੍ਰਜੈਂਟ ਹਿਜ਼ ਕਲਾਇੰਟ। ਜੀ, ਪਹਿਲਾਂ ਕੀ ਸੀ ਤੁਸੀਂ ਦੇਖਿਆ ਹੋਣਾ ਕਿ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਐਡਵੋਕੇਟ ਜਿਹੜੇ ਉਹ ਪੇਸ਼ ਹੁੰਦੇ ਆ, ਉਹਨਾਂ ਦੇ ਇੱਕ ਵੱਡਾ ਸਾਰਾ ਗਾਊਨ ਪਾਇਆ ਹੁੰਦਾ ਹੈ ਜੀ, ਤੇ ਗਾਊਨ ਦੇ ਪਿੱਛੇ ਇੱਕ ਜੇਬ ਲੱਗੀ ਹੁੰਦੀ ਸੀਗੀ। ਉਹਦਾ ਮਤਲਬ ਇਹ ਸੀ ਕਿ ਮੈਂ ਤੈਨੂੰ ਰੀਪ੍ਰਜੈਂਟ ਕਰ ਰਿਹਾ ਜੱਜ ਸਾਹਮਣੇ, ਤੇਰੇ ਕੇਸ ਨੂੰ ਦੱਸ ਰਿਹਾ, ਮੈਂ ਤੈਨੂੰ ਜਿਹੜੀ ਲੀਗਲ ਸਰਵਿਸ ਦੇ ਰਿਹਾ, ਜਿੰਨੇ ਤੈਨੂੰ ਪੈਸੇ ਚੰਗੇ ਲੱਗਣੋ ਮੇਰੀ ਪਿੱਛੇ ਜੇਬ ਦੇ ਵਿੱਚ ਪਾ ਜਾ। ਕੀ ਬਾਤ ਹੈ। ਇਹ ਕਨਸੈਪਟ ਸੀ ਲੀਗਲ ਪ੍ਰੋਫੈਸ਼ਨ ਦਾ, ਪਰ ਹੌਲੀ ਹੌਲੀ ਸਮੇਂ ਦੇ ਨਾਲ ਇਹ ਚੇਂਜ ਹੁੰਦਾ ਗਿਆ। ਜੇਬ ਦਿਲ ਤੇ ਆ ਗਈ ਕਿ ਮੈਂ ਇਹਦੇ ਤੋਂ ਕਿੰਨੀ ਲੈਣੀ ਹੈ। ਕੁਛ ਇਹ ਵੀ ਹੋ ਜਾਂਦਾ ਕਿ ਜਿਵੇਂ ਜਿਵੇਂ ਖਰਚੇ ਵੱਧਦੇ ਗਏ ਹੈ, ਜ਼ਿੰਦਗੀ ਦੇ ਤੌਰ ਤਰੀਕੇ ਬਦਲਦੇ ਗਏ ਆ, ਤੇ ਇਹ ਜਿਹੜਾ ਫੀਸ ਲੈਣ ਵਾਲਾ ਤਰੀਕਾ ਵੀ ਬਦਲ ਗਿਆ। ਹੁਣ ਫੀਸ ਪਹਿਲਾਂ ਖੋਲ੍ਹੀ ਜਾਂਦੀ ਹੈ ਕਲਾਇੰਟਸ ਦੇ ਨਾਲ ਕਿ ਤੇਰਾ ਕੇਸ ਹੈ, ਕਿਹੋ ਜਿਹਾ ਕੇਸ ਹੈ, ਕਿੰਨਾ ਟਾਈਮ ਚੱਲਣਾ, ਉਸ ਹਿਸਾਬ ਨਾਲ ਜਿਹੜੀ ਫੀਸ ਮੁਕਰਰ ਕੀਤੀ ਜਾਂਦੀ ਹੈ ਉਹਦੇ ਨਾਲ। ਕੌੜਾ ਸਵਾਲ ਆ ਬਾਈ, ਕਰੂੰਗਾ ਜ਼ਰੂਰ ਇਸ ਪਲੇਟਫਾਰਮ ਤੇ ਜੀ। ਕਹਿੰਦੇ ਕੁਝ ਕੇਸਾਂ ਦੇ ਵਿੱਚ ਵਿਰੋਧੀ ਧਿਰ ਦਾ ਵਕੀਲ ਤੇ ਦੂਜੇ ਪਾਸੇ ਵਾਲਾ ਵਕੀਲ ਰਲ ਜਾਂਦੇ ਆ। ਉਹ ਕਹਿੰਦੇ ਵੀ ਇਹਨੂੰ ਲੰਮਾ ਲੈ ਕੇ ਚੱਲ, ਇਹ ਚੰਗੀ ਮੁਰਗੀ ਹੈ, ਬਣਾਈ ਚੱਲ। ਇਹਦੇ 'ਚ ਕਿੰਨਾ ਕੁ ਸੱਚ ਹੈ? ਮੈਂ ਇਹਨੂੰ ਜ਼ਿਆਦਾ ਸੱਚ ਨਹੀਂ ਕਹਿੰਦਾ, ਕਿਉਂਕਿ ਹੋ ਸਕਦਾ ਕਿਤੇ ਹੋਵੇ, ਪਰ ਮੈਂ ਇਹਦੀ ਜ਼ਿਆਦਾ ਐਗਰੀ ਨਹੀਂ ਇਸ ਗੱਲ ਨਾਲ ਕਿ ਅਸੀਂ ਇੱਥੇ ਜਿੰਨੇ ਵੀ ਐਡਵੋਕੇਟਸ ਹੈ ਬਿਲਕੁਲ ਇੱਕ ਪਰਿਵਾਰ ਦੀ ਤਰ੍ਹਾਂ ਹੈ ਜੀ। ਜੇ ਅਸੀਂ ਕਈ ਵਾਰੀ ਇੱਕ ਦੂਜੇ ਦੇ ਨਾਲ ਬੈਠੇ, ਉਹਦਾ ਮਤਲਬ ਇਹ ਨਹੀਂ ਕਿ ਅਸੀਂ ਰਲ ਰਹੇ ਹਾਂ। ਸਾਡਾ ਪ੍ਰੋਫੈਸ਼ਨਲ ਜਿਹੜਾ ਐਥਿਕਸ ਹੈ ਉਹ ਇਹ ਹੈ ਕਿ ਜਿਹੜੇ ਕਲਾਇੰਟਸ ਨੂੰ ਮੈਂ ਰੀਪ੍ਰਜੈਂਟ ਕਰਦਾ, ਮੈਂ ਉਹਦੇ ਪੱਖ ਦੀ ਗੱਲ ਅਦਾਲਤ ਦੇ ਵਿੱਚ ਕਰਨੀ ਹੈ ਜੀ, ਤੇ ਆਪਦਾ ਬਾਖੂਬੀ ਜਿਹੜਾ ਇਹ ਨਿਭਾਊਂਗਾ।
ਕਈ ਵਾਰੀ ਕੀ ਹੁੰਦਾ ਹੈ, ਮੈਂ ਤੁਹਾਨੂੰ ਛੋਟਾ ਜਿਹਾ ਕਿੱਸਾ ਦੱਸ ਦਿੰਦਾ। ਕਿਸੇ ਦੂਸਰੇ ਵਕੀਲ ਦੇ ਨਾਲ ਖੜੇ ਚਾਹ ਪੀ ਰਹੇ ਆ, ਕਿਉਂਕਿ ਅਸੀਂ ਕੁਲੀਗ ਹੁੰਦੇ ਆ। ਹਾਂ ਬਿਲਕੁਲ। ਤੇ ਉਹ ਬਾਬਾ ਹੌਲੀ ਕਿਤੇ ਨੇ ਪਿੱਛੋਂ ਕੰਨ ਜਾ ਕੇ ਕਹਿੰਦਾ ਇਹ ਦੂਜਿਆਂ ਦਾ ਵਕੀਲ ਹੈ। ਇੱਥੇ ਨਾ ਫਿਰ ਫਿਰ ਉਹਨੂੰ ਸਮਝਾਈਦਾ ਉੱਥੇ ਬੈਠ ਕੇ ਕਿ ਬਾਬਾ ਜੀ ਆਪਾਂ ਜਿਹੜਾ ਲੜਨਾ ਉਹ ਕਚਹਿਰੀ ਦੇ ਵਿੱਚ ਲੜਨਾ ਹੈ। ਜੱਜ ਸਾਹਿਬ ਦੇ ਸਾਹਮਣੇ ਆਪਣੇ ਆਪਣੇ ਪੱਖ ਰੱਖਣੇ ਆ। ਬਾਹਰ ਤਾਂ ਸਾਰੇ ਇੱਕੋ ਹੀ ਆ ਆਪਾਂ। ਬਿਲਕੁਲ ਬਿਲਕੁਲ। ਕਈ ਵਾਰੀ ਐਡੇ ਵਧੀਆ ਕਲਾਇੰਟਸ ਆਉਂਦੇ ਆ, ਉਹ ਕੀ ਕਹਿੰਦੇ, ਚਾਹੇ ਅਸੀਂ ਦੂਸਰੇ ਪੱਖ ਦੇ ਵਕੀਲ ਹੋ ਜੇ, ਸਾਨੂੰ ਵੀ ਬੁਲਾ ਕੇ ਜਾਂਦੇ। ਉਹ ਕਹਿੰਦੇ ਵੀ ਕੇਸ ਤਾਂ ਤੁਹਾਡਾ ਅਲੱਗ ਮੈਟਰ ਹੈ, ਪਰ ਆਪਣੀ ਵੈਸੇ ਜਾਣ ਪਛਾਣ ਉਹ ਅਲੱਗ ਮੈਟਰ ਹੈ। ਹਾਂ, ਵੱਖਰੀ ਗੱਲ ਆ। ਜਿਹੜਾ ਰਲਣ ਵਾਲਾ ਸਵਾਲ ਹੈ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ, ਕਿਉਂਕਿ ਜੱਜ ਸਾਹਿਬ ਨੇ ਦੋਨੇ ਧਿਰਾਂ ਦੀਆਂ ਦਲੀਲਾਂ ਸੁਣਨੀਆਂ, ਦੋਨੇ ਧਿਰਾਂ ਦੀ ਗਵਾਹੀ ਦੇਖਣੀ ਹੈ, ਦੋਨੇ ਧਿਰਾਂ ਦੇ ਡਾਕੂਮੈਂਟ ਦੇਖਣੇ ਆ। ਉਸੇ ਮੁਤਾਬਕ ਹੀ ਜਿਹੜਾ ਡਿਸੀਜਨ ਦੇਣਾ, ਜਿਹੜਾ ਜਸਟਿਸ ਮਿਲਣਾ ਹੈ, ਉਹ ਜੱਜ ਸਾਹਿਬ ਵੱਲੋਂ ਮਿਲਣਾ ਹੈਗਾ। ਅੱਛਾ, ਕਿਤੇ ਕਿਤੇ ਐਂ ਹੁੰਦਾ ਬਈ ਇੱਕ ਪਾਸੇ ਤੁਸੀਂ ਕੇਸ ਲੜ ਰਹੇ ਹੋ, ਇੱਕ ਪਾਸੇ ਤੁਹਾਡਾ ਬੜਾ ਕਲੋਜ਼ ਕੋਈ ਦੋਸਤ ਆ ਵਕੀਲ, ਉਹ ਕੇਸ ਲੜ ਰਿਹਾ ਅੰਦਰਲੇ ਪਾਸੇ। ਬਿਲਕੁਲ। ਤੇ ਬਾਹਰ ਆ ਕੇ ਜਦੋਂ ਉਸੇ ਗੱਲ ਉੱਤੇ ਕਿਤੇ ਚਾਹ ਦਾ ਕੱਪ ਦੇ ਉੱਤੇ ਡਿਸਕਸ ਕਰਦੇ ਹੋ ਤੇ ਕਿਤੇ ਮਜ਼ਾਕ ਦੇ ਵਿੱਚ ਕਿਹਾ ਵੀ ਅੱਜ ਤਾਂ ਫਿਰ ਤੈਨੂੰ ਪੂਰਾ ਬੰਦ ਕੀਤਾ ਅੰਦਰ। ਬਿਲਕੁਲ, ਹਾਸੇ ਮਜ਼ਾਕ ਦੇ ਵਿੱਚ ਤਾਂ ਕਹਿ ਦਿੰਦੇ ਆ ਕਿ ਤੇਰੇ ਕੋਲੇ ਤਾਂ ਬੋਲਣ ਨੂੰ ਕੁਛ ਹੈ ਨਹੀਂ ਸੀਗਾ, ਅੱਜ ਵੇਖਿਆ ਫਿਰ। ਕਿਉਂਕਿ ਹਰ ਬੰਦਾ ਆਪਦਾ ਬੈਸਟ ਦੇਣ ਨੂੰ ਇੱਥੇ ਹੈ। ਬਿਲਕੁਲ ਬਿਲਕੁਲ। ਜਦੋਂ ਵੀ ਕਿਸੇ ਕੇਸ ਦੀ ਤਿਆਰੀ ਕਰਦੇ ਆ ਤਾਂ ਇਹ ਹੁੰਦਾ ਕਿ ਮੇਥੋਂ ਕੋਈ ਗੱਲ ਇਹੋ ਜਿਹੀ ਰਹਿ ਨਾ ਜਾਵੇ। ਫਿਰ ਕੀ ਕਰਦੇ ਆ, ਪੂਰੀ ਉਹਦੀ ਤਿਆਰੀ ਕਰਕੇ ਜੱਜ ਸਾਹਿਬ ਸਾਹਮਣੇ ਸਾਰਾ ਪੱਖ ਰੱਖਦੇ ਆ ਤਾਂ ਜੋ ਬੰਦੇ ਨੂੰ ਪ੍ਰੋਪਰ ਇਨਸਾਫ ਮਿਲ ਸਕੇ। ਹਾਂ ਬਿਲਕੁਲ। ਇੱਕ ਨਾ ਬੜੀ ਵੱਡੀ ਧਾਰਨਾ ਹੀ ਹੈ, ਪਰਸੈਪਸ਼ਨ ਇਹ ਹੈ ਕਿ ਯਾਰ ਬਹੁਤ ਲੰਮੀਆਂ ਤਰੀਕਾਂ ਪੈਂਦੀਆਂ, 1 ਤਰੀਕ, 2 ਤਰੀਕ, 3 ਤਰੀਕ। ਕਈ ਵਾਰੀ ਕਹਿ ਦਿੰਦੇ ਆ ਯਾਰ ਇਹ ਸਾਡਾ ਵਕੀਲ ਜਿਹੜਾ ਹੈਗਾ ਨਾ ਇਹ ਤਰੀਕ ਲੈ ਦਿੰਦਾ, ਬਸ ਆਪਾਂ ਤਾਂ ਫੋਨ ਕਰ ਦਿੰਦੇ ਹਾਂ ਵਕੀਲ ਸਾਹਿਬ ਤਰੀਕ ਲੈ ਦਿਓ। ਇਹ ਲੰਮੀਆਂ ਤਰੀਕਾਂ ਪੈਣੀਆਂ ਜਾਂ ਕਹਿ ਕੇ ਤਰੀਕ ਲੈਣੀ, ਇਹ ਕਿੱਦਾਂ ਦਾ ਸਿਸਟਮ ਹੈ ਕਿ ਇਹ ਲੋੜ ਹੁੰਦੀ ਹੈ, ਕਚਹਿਰੀ ਦੀ ਲੋੜ ਹੁੰਦੀ ਹੈ ਕਿ ਅਗਲੀ ਤਰੀਕ ਪਾ ਦਿਓ, ਅਗਲੀ ਪਾ ਦਿਓ, ਜਾਂ ਕਿਤੇ ਨਾ ਕਿਤੇ ਇਹ ਫਿਰ ਉਹੀ ਗੱਲ ਆ ਗਈ ਕਿ ਜੇਬ ਨਾਲ ਜੁੜਿਆ ਹੋਇਆ ਮਸਲਾ ਵੀ ਇਹਨੂੰ ਲੰਮਾ ਕਰਨਾ ਹੀ ਹੁੰਦਾ ਹੈ। ਦੇਖੋ, ਇਹ ਨਾ ਜੁਡੀਸ਼ੀਅਲ ਸਿਸਟਮ ਦੀ ਇੱਕ ਪ੍ਰੋਸੀਜਰ ਹੀ ਹੈ। ਮੰਨ ਲਓ ਪਹਿਲਾਂ ਇੱਕ ਬੰਦਾ ਕੇਸ ਦਾਇਰ ਕਰਦਾ ਜੀ, ਦੂਸਰੇ ਬੰਦੇ ਨੂੰ ਵੀ ਸੁਣਨ ਦਾ ਇੱਕ ਅਧਿਕਾਰ ਹੈ। ਸੋ ਉਹਨੂੰ ਇੱਕ ਸੰਮਣ ਜਾਂਦੇ ਆ, ਪ੍ਰੋਪਰ ਮਤਲਬ ਐਡਰੈਸ 'ਤੇ ਸੰਮਣ ਨਹੀਂ ਤਮੀਲ ਹੁੰਦੇ। ਫਿਰ ਕੀ ਕਰਦੇ ਆ, ਉਹਨੂੰ ਦੁਬਾਰਾ ਸੰਮਣ ਕੀਤੇ ਜਾਂਦੇ ਆ। ਜਿਵੇਂ ਕਹਿੰਦੇ ਆ ਕਿ ਦੋਨੇ ਪੱਖਾਂ ਨੂੰ ਸੁਣਨਾ ਜ਼ਰੂਰੀ ਹੈ। ਜੇ ਆਪਾਂ ਕਿਸੇ ਨਤੀਜੇ 'ਤੇ ਪਹੁੰਚਣਾ ਹੈ, ਤੁਹਾਡਾ ਪੱਖ ਜਾਣਨਾ ਵੀ ਜ਼ਰੂਰੀ ਹੈ ਅਤੇ ਮੇਰਾ ਪੱਖ ਜਾਣਨਾ ਵੀ ਜ਼ਰੂਰੀ ਹੈ। ਸੋ ਇਹਦੇ ਕੀ ਹੈ, ਪਹਿਲਾਂ ਕੇਸ ਦਾਇਰ ਕੀਤਾ, ਫਿਰ ਉਹਨੂੰ ਸੰਮਣ ਗਏ, ਫਿਰ ਉਹ ਅਦਾਲਤ 'ਚ ਆਇਆ, ਫਿਰ ਉਹ ਆਪ ਦਾ ਜਵਾਬ ਦਿੰਦਾ ਹੈ। ਇਹ ਸਾਰੇ ਪ੍ਰੋਸੀਜਰ ਦੇ ਵਿੱਚ ਹੌਲੀ ਹੌਲੀ ਕਿਤੇ ਨਾ ਕਿਤੇ ਟਾਈਮ ਲੱਗਦਾ ਹੈ। ਬਾਈ, ਝੂਠੀਆਂ ਗਵਾਹੀਆਂ ਇਹ ਰਿਵਾਜ ਵਧਿਆ ਹੈ ਕਿ ਘਟਿਆ ਹੈ? ਨਹੀਂ, ਇਹ ਕਾਫੀ ਘਟਿਆ, ਕਿਉਂਕਿ ਜੇ ਕੋਈ ਝੂਠੀ ਗਵਾਹੀ ਦੇ ਕੇ ਜਾਂਦਾ, ਅੱਜ ਕੱਲ੍ਹ ਕੀ ਹੈ, ਔਨਲਾਈਨ ਸਿਸਟਮ ਹੈ ਸਾਰਾ। ਅਗਲਾ ਉਸੇ ਟਾਈਮ ਹੀ ਜਿਹੜੇ ਇੰਟਰਮ ਆਰਡਰ ਕੱਢ ਲੈਂਦਾ, ਉਹ ਦੇਖ ਲੈਂਦਾ ਵੀ ਅੱਜ ਮੇਰੇ ਕੇਸ ਦੇ ਵਿੱਚ ਕਿਹਦੀ ਗਵਾਹੀ ਹੋਈ ਹੈ, ਨਾਲ ਦੀ ਨਾਲ ਸਰਟੀਫਾਈਡ ਕਾਪੀਆਂ ਲੈ ਲੈਂਦਾ। ਜੇ ਕੋਈ ਇਸ ਤਰ੍ਹਾਂ ਦੀ ਝੂਠੀ ਗਵਾਹੀ ਉਹਨੂੰ ਆਉਂਦੀ ਹੈ ਤਾਂ ਪੁਲਿਸ ਕੋਲੇ ਜਾਂਦਾ ਤੇ ਆਪਦੀ ਐਪਲੀਕੇਸ਼ਨ ਲੈ ਕੇ ਵੀ ਇਹਨੇ ਜਿਹੜੀ ਝੂਠੀ ਗਵਾਹੀ ਦਿੱਤੀ ਹੈ, ਇੱਥੇ ਇਹ ਕਿਹਾ, ਇੱਥੇ ਇਹ ਕਿਹਾ, ਨਾਲ ਦੀ ਨਾਲ ਉਹ ਜਿਹੜਾ ਕੰਪੇਅਰ ਕਰ ਲੈਂਦਾ ਹੈਗਾ। ਅੱਜ ਕੱਲ੍ਹ ਜਿਹੜਾ ਔਨਲਾਈਨ ਸਿਸਟਮ ਨੇ ਕਾਫੀ ਜ਼ਿਆਦਾ ਇਹਦੇ ਵਿੱਚ ਸੁਧਾਰ ਲਿਆਂਦਾ ਹੈਗਾ। ਅਕਸਰ ਨਾ ਲਤੀਫੇ ਵਿੱਚ ਜਾਂ ਚੁਟਕਲਿਆਂ 'ਚ ਕਹਿੰਦੇ ਹੁੰਦੇ ਆ ਕਿ ਇੱਕ ਜਵਾਕ ਆਪਦੀ ਮਾਂ ਦੇ ਪੈਰੀ ਹੱਥ ਲਾ ਕੇ ਕਹਿੰਦਾ, ਮਾਂ ਵੀ ਆਸ਼ੀਰਵਾਦ ਦੇ, ਤੇਰੇ ਪੁੱਤ ਨੂੰ ਨੌਕਰੀ ਮਿਲ ਗਈ। ਉਹ ਕਹਿੰਦੀ ਵੀ ਕੀ ਮਿਲ ਗਿਆ? ਉਹ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਕਚਹਿਰੀ 'ਚ ਝੂਠੀਆਂ ਗਵਾਹੀਆਂ ਦਿਆ ਕਰੂੰਗਾ, ਪੱਕਾ ਕੰਮ ਆਪਣੇ ਕੋਲੇ। ਕਿ ਇੱਦਾਂ ਦੇ ਪ੍ਰੋਫੈਸ਼ਨਲ ਬੰਦੇ ਵੀ ਪਹਿਲਾਂ ਹੁੰਦੇ ਸੀ, ਅੱਜ ਤਾਂ ਚਲੋ ਠੀਕ ਹੈ, ਤੁਸੀਂ ਕਹਿ ਦਿੱਤਾ ਕਿ ਔਨਲਾਈਨ ਸਾਰੇ ਦਾ ਸਾਰਾ ਕੰਮ ਹੋ ਗਿਆ। ਉਸ ਤੋਂ ਅੱਗੇ ਉੱਥੇ ਇੱਕ ਧਰਮ ਕੀ ਕਿਤਾਬ ਦੇ ਉੱਤੇ, ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰਦਾ, ਕਿਸੇ ਧਰਮ ਕੀ ਕਿਤਾਬ ਦਾ ਨਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਹੱਥ ਧਰਾ ਕੇ ਕਹਾਉਂਦੇ ਹੁੰਦੇ ਵੀ ਜੋ ਵੀ ਕਹੂੰਗਾ ਸੱਚ ਕਹੂੰਗਾ, ਸੱਚ ਤੋਂ ਬਿਨਾਂ ਕੁਝ ਨਹੀਂ ਕਹੂੰਗਾ। ਉਦੋਂ ਬਾਅਦ ਤੁਹਾਨੂੰ ਵੀ ਪਤਾ ਹੁੰਦਾ ਹੈ, ਆਸੇ ਪਾਸੇ ਵਾਲਿਆਂ ਨੂੰ ਵੀ ਪਤਾ ਹੁੰਦਾ ਹੈ ਵੀ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ। ਉਸ ਸੁਭਾਅ ਨੂੰ ਜਾਂ ਉਸ ਨੈਤਿਕਤਾ ਨੂੰ ਤੁਸੀਂ ਕਿਵੇਂ ਸਮਝਦੇ ਹੋ? ਬਿਲਕੁਲ, ਕੋਈ ਵੀ ਜਿਹੜਾ ਇੱਥੇ ਗਵਾਹੀ ਦੇਣ ਆਉਂਦਾ ਹੈ ਤਾਂ ਉਹਦੇ ਤੋਂ ਪਹਿਲਾਂ ਹੀ ਉਹਦੇ ਉੱਤੇ ਔਨ ਐਸੇ ਲਿਖਿਆ ਜਾਂਦਾ ਹੈ ਕਿ ਇਹ ਜਿਹੜਾ ਅਫਰਮੇਟਿਵ ਜਿਹੜਾ ਬਿਆਨ ਹੈ ਇਹਦਾ ਸਹੁੰ ਦੇ ਨਾਲ ਸ਼ੁਰੂ ਹੁੰਦਾ ਹੈਗਾ। ਫਿਰ ਉਸ ਤੋਂ ਬਾਅਦ ਜਿਹੜਾ ਦੂਸਰਾ ਵਕੀਲ ਆ ਉਹਨੂੰ ਸਾਰੇ ਸਵਾਲ ਕਰਦਾ ਕਿ ਬਿਆਨ ਹਲਫੀਆ ਵੀ ਜੇ ਕੋਈ ਪੇਸ਼ ਕਰਦਾ ਉਹਦੇ ਵਿੱਚ ਵੀ ਇਹ ਲਿਖਿਆ ਹੁੰਦਾ ਹੈ ਕਿ ਮੈਂ ਆਪਦੀ ਸਹੁੰ ਖਾ ਕੇ ਕਹਿਣਾ ਵੀ ਜੋ ਮੈਂ ਉੱਪਰ ਲਿਖਿਆ ਹੈਗਾ ਉਹ ਸਾਰਾ ਸਹੀ ਵਾ ਦਰੁਸਤ ਹੈ ਮੇਰੇ ਮੁਤਾਬਕ। ਜੇਕਰ ਫਿਰ ਵੀ ਉਹ ਕਹਿੰਦਾ ਤਾਂ ਉਹਦੀ ਨੈਤਿਕਤਾ ਮਾੜੀ ਹੈ। ਉਹਦੇ ਲਈ ਉਸ ਤੋਂ ਬਿਨਾਂ ਕੋਈ ਕਾਨੂੰਨੀ ਘੇਰੇ 'ਚ ਵੀ ਆ ਜਾਂਦਾ ਬਾਈ, ਜੇ ਝੂਠ ਮਾਰ ਕੇ ਜਾਂਦਾ ਤਾਂ? ਬਿਲਕੁਲ, ਕਾਨੂੰਨੀ ਘੇਰੇ 'ਚ ਆਉਂਦਾ। ਉਹਦੇ 'ਤੇ ਪ੍ਰੋਪਰ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਹੈ ਝੂਠੀ ਗਵਾਹੀ ਦੇਣ ਦੀ, ਉਹਦੇ ਲਈ ਉਹਦੇ 'ਤੇ FIR ਦਰਜ ਹੋ ਸਕਦੀ ਹੈ। ਇੱਕ ਵਾਰੀ ਕਹਿੰਦੇ ਇੱਕ ਜੱਜ ਦੇ ਘਰੇ ਮਿਸਤਰੀ ਲੱਗ ਗਿਆ, ਲੱਕੜ ਵਾਲਾ, ਬਹੁਤ ਚਿਰ ਲੱਗ ਗਿਆ ਰਿਹਾ, ਕੋਠੀ ਵੱਡੀ ਸੀਗੀ, ਰੁਪਈਏ ਬਹੁਤ ਲੱਗ ਗਏ। ਅਤੇ ਆਖਰ 'ਤੇ ਜਦੋਂ ਜਾਣ ਲੱਗਿਆ ਅਤੇ ਜੱਜ ਸਾਹਿਬ ਕਹਿੰਦੇ ਵੀ ਬਾਕੀ ਕੰਮ ਤਾਂ ਸਾਰੇ ਤੂੰ ਕੀਤੇ ਪੈਸੇ ਨਾਲ, ਇੱਕ ਗਿਫਟ ਦੇ ਕੇ ਜਾ, ਵੀ ਜਿੰਨੇ ਤੇਰੇ ਔਜ਼ਾਰ ਹੈ ਇਹ ਸਾਰਿਆਂ ਦੀ ਨਾਲ ਡੰਮੀਆਂ ਬਣਾ ਕੇ ਦੇ ਜਾ, ਮੈਨੂੰ ਕਰੰਡੀ ਦੀ ਵੀ ਦੇ ਜਾ,
ਤੇ ਇਸ ਤੋਂ ਇਲਾਵਾ ਤੂੰ ਗਾਜ ਦੀ ਵੀ ਦੇ ਜਾ, ਰੰਦੇ ਦੀ ਵੀ ਦੇ ਜਾ, ਵੀ ਸਾਰੀਆਂ ਜਿੰਨੀਆਂ ਮਿਸਤਰੀ 'ਚ ਭਾਈਚਾਰੇ 'ਚ ਹੁੰਦੀਆਂ, ਚਾਹੇ ਉਹ ਚਨਾਈ ਨਾਲ ਸੰਬੰਧਿਤ ਹੈ, ਚਾਹੇ ਉਹ ਲੱਕੜ ਨਾਲ ਸੰਬੰਧਿਤ ਹੈ। ਕਹਿੰਦੇ ਜੱਜ ਸਾਹਿਬ ਨੇ ਬਣਾ ਕੇ ਤੇ ਰੱਖ ਲਈਆਂ ਆਪਦੇ ਕੋਲੇ, ਉੱਤੇ ਲਾਲ ਰੁਮਾਲ ਦੇ ਲਿਆ, ਥਾਲ 'ਚ ਰੱਖ ਲਈਆਂ। ਕਹਿੰਦੇ ਇੱਕ ਕੇਸ ਦੇ ਵਿੱਚ ਇੱਕ ਬੰਦਾ ਮੰਨੀ ਨਾ ਕਿ ਮੈਂ ਕਤਲ ਕੀਤਾ ਜਾਂ ਨਹੀਂ ਕੀਤਾ। ਜੱਜ ਸਾਹਿਬ ਕਹਿੰਦੇ ਵੀ ਉਰੇ ਲਿਆਓ ਇਹਨੂੰ। ਕਹਿੰਦੇ ਵੀ ਆ ਇਸ ਥਾਲ ਦੇ ਉੱਤੇ ਹੱਥ ਧਰ ਕੇ ਕਹਿ ਵੀ ਮੈਂ ਜੋ ਵੀ ਕਹੂੰਗਾ ਸੱਚ ਕਹੂੰਗਾ। ਉਹਨੇ ਉਹ ਥਾਲ ਤੋਂ ਰੁਮਾਲ ਚੱਕਿਆ, ਉਹ ਕਹਿੰਦਾ ਜੀ ਕਤਲ ਮੈਂ ਹੀ ਕੀਤਾ, ਤੁਸੀਂ ਇਹਦੇ 'ਤੇ ਹੱਥ ਨਾ ਧਰਾਓ, ਸਾਡੇ ਘਰੇ ਜੇਕਰ ਐਂ ਕਰਕੇ ਇਹ ਆ ਗਏ ਤਾਂ ਹੋ ਸਕਦਾ ਕਿ ਕੇਸ ਤੋਂ ਵੱਧ ਲੱਗ ਜਾਣ। ਮੈਂ ਮਾਫੀ ਮੰਗ ਕੇ ਕਹਿਣਾ ਕਿ ਮੈਂ ਮਿਸਤਰੀ ਭਾਈਚਾਰੇ ਲਈ ਨਹੀਂ ਕਹਿ ਰਿਹਾ, ਮੈਂ ਮਹਿੰਗਾਈ ਲਈ ਗੱਲ ਕਰ ਰਿਹਾ ਕਿ ਮਹਿੰਗਾਈ ਨੇ ਇੰਨੇ ਕੁ ਹੱਥ ਖੜ੍ਹੇ ਕਰਾਏ ਆ, ਚਾਹੇ ਉਹ ਕਚਹਿਰੀ ਹੋਵੇ, ਚਾਹੇ ਉਹ ਮਿਸਤਰੀ ਪੁਣੇ ਦਾ ਕੰਮ ਹੋਵੇ, ਚਾਹੇ ਕੋਈ ਵਿਆਹ ਹੋਵੇ। ਇੱਕ ਰਾਏ ਦਿਓ ਸਾਡੇ ਦਰਸ਼ਕਾਂ ਨੂੰ ਕਿ ਜੇਕਰ ਵਕੀਲਾਂ ਦੀਆਂ ਫੀਸਾਂ ਤੋਂ ਬਚਣਾ ਤਾਂ ਕਿਹੜੇ ਕੇਸ ਹੈ ਜਿਹੜੇ ਉਹ ਆਪ ਲੜੇ ਜਾ ਸਕਦੇ। ਬਈ ਜਸਿੰਦਰ, ਇਹਦੇ ਵਿੱਚ ਇਹ ਹੈ ਕਿ ਕੋਈ ਵੀ ਕੇਸ ਹੈ ਜਿਹੜਾ ਉਹ ਬੰਦਾ ਖੁਦ ਲੜ ਸਕਦਾ ਹੈ, ਕਿਉਂਕਿ ਜਿੰਨੀ ਜਾਣਕਾਰੀ ਮੈਨੂੰ ਆਪਦੇ ਕੇਸ ਦੀ ਹੈ, ਮੰਨ ਲਓ ਮੈਂ ਕੋਈ ਕੇਸ ਕਚਹਿਰੀ ਦੇ ਵਿੱਚ ਕਰਨ ਜਾ ਰਿਹਾ, ਮੈਨੂੰ ਪਤਾ ਹੈ ਕਿ ਮੇਰੇ ਕਿਹੜੇ ਪੱਖ ਹੈ, ਮੇਰੇ ਕੋਲ ਕਿਹੜੇ ਡਾਕੂਮੈਂਟ ਹੈ। ਕੇਸ ਹਰ ਬੰਦਾ ਲੜ ਸਕਦਾ, ਆਪਣੇ ਆਪ ਲੜ ਸਕਦਾ। ਇੱਥੇ ਵੀ ਆਪਣੇ ਅਦਾਲਤਾਂ ਦੇ ਵਿੱਚ ਮੈਂ ਦੇਖਿਆ ਕਾਫੀ ਕਲਾਇੰਟ ਇਹੋ ਜਿਹੇ ਹੈ ਜਿਹੜੇ ਆਪਦੇ ਕੇਸ ਨੂੰ ਖੁਦ ਚਲਾਉਂਦੇ ਆ। ਮਤਲਬ ਆਪ ਆਉਂਦੇ ਬਿਲਕੁਲ। ਇਹ ਕੀ ਹੈ, ਇੱਕ ਸਪੈਸ਼ਲਾਈਜੇਸ਼ਨ ਨਹੀਂ ਹੋ ਜਾਂਦੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਪ੍ਰੋਫੈਸ਼ਨਲ ਬੰਦਾ ਹੈਗਾ, ਇਹਨੂੰ ਜ਼ਿਆਦਾ ਇਹਦੇ ਬਾਰੇ ਪਤਾ ਹੋਊਗਾ, ਕਿਉਂਕਿ ਕੁਝ ਟਰਮਸ ਇਹੋ ਜਿਹੀਆਂ ਕਾਨੂੰਨ ਦੀਆਂ ਜਿਹੜੀਆਂ ਕਿ ਆਮ ਕਾਮਨ ਪਰਸਨ ਜਿਹੜਾ ਉਹ ਨਹੀਂ ਸਮਝਦਾ। ਬਿਲਕੁਲ। ਇਸ ਕਰਕੇ ਆਪਾਂ ਨੂੰ ਪ੍ਰੋਫੈਸ਼ਨਲ ਬੰਦੇ ਦਾ ਸਹਾਰਾ ਲੈਣਾ ਜ਼ਰੂਰੀ ਹੋ ਜਾਂਦਾ ਹੈਗਾ। ਇਹ ਜਿਹੜੀ ਕਾਨੂੰਨੀ ਭਾਸ਼ਾ ਹੈ ਜਾਂ ਕਹਿੰਦੀ ਕਚਹਿਰੀ ਦੀ ਭਾਸ਼ਾ ਹੈ, ਕਿਤੇ ਨਾ ਕਿਤੇ ਇਹ ਵੀ ਡਰ ਹੈ ਆਮ ਲੋਕਾਂ ਦੇ ਵਿੱਚ। ਜੇਕਰ ਥੋੜ੍ਹੀ ਜਿਹੀ ਸਿਖਾਲੀ ਤੇ ਸਮਝ ਵਿੱਚ ਆ ਜੇ ਤਾਂ ਹਰ ਬੰਦਾ ਇਹ ਹੌਸਲਾ ਕਰ ਸਕਦਾ। ਕਾਨੂੰਨੀ ਭਾਸ਼ਾ ਹੈ ਉਹ ਥੋੜ੍ਹੀ ਜਿਹੀ ਲੈਂਥੀ ਵੀ ਹੈ ਤੇ ਥੋੜ੍ਹੀ ਜਿਹੀ ਇੱਕ ਟਰਮ ਵਾਈਜ਼ ਦਿੱਤੀ ਹੋਈ ਹੈ ਕਿ ਹਰ ਇੱਕ ਸੈਕਸ਼ਨ ਬਣਾਇਆ ਹੋਇਆ ਹੈ, ਕਿਸੇ ਦੇ ਵਿੱਚ ਆਰਟੀਕਲਸ ਬਣੇ, ਜਿਵੇਂ ਕੌਨਸਟੀਟਿਊਸ਼ਨ ਦੇ ਵਿੱਚ ਆਰਟੀਕਲ ਬਣੇ ਹੋਏ ਹੈ। ਸੋ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਣ ਲਈ ਕਿਸੇ ਨਾ ਕਿਸੇ ਨੂੰ ਗੁਰੂ ਧਾਰਨਾ ਪੈਂਦਾ ਹੈਗਾ। ਜਿਵੇਂ ਅਸੀਂ ਵੀ ਕਿਸੇ ਟੀਚਰ ਤੋਂ ਪੜ੍ਹ ਕੇ ਆਉਣੇ ਆ, ਫਿਰ ਅੱਗੇ ਗੁਰੂ ਧਾਰਦੇ ਆ ਆਪਦਾ ਸੀਨੀਅਰ ਜਿਹੜਾ ਐਡਵੋਕੇਟ ਹੈ। ਵੈਸੇ ਤਾਂ ਤੁਹਾਡਾ ਜਿਹੜਾ ਕੰਮ ਹੈ ਬਹੁਤ ਐਂ ਕਹਿ ਲਈਏ ਕਿ ਐਂ ਅੱਖ ਦੇ ਫੋਰ ਦੇ ਨਾਲ ਘੁੰਮਦਾ ਹੈ, ਉਹਦੇ ਵਿੱਚ ਨਿਗਾਹ ਰੱਖਣ ਦੀ ਲੋੜ ਹੈ। ਪਰ ਆਲੇ ਭੋਲੇ ਲੋਕ ਜਦੋਂ ਆਉਂਦੇ ਹੋਣਗੇ। ਇੱਕ ਵਾਰੀ ਕੀ ਹੋਇਆ ਕਿ ਇੱਕ ਬਜ਼ੁਰਗ ਮੇਰੇ ਕੋਲੇ ਆਉਂਦੇ ਰਹੇ, ਕਾਫੀ ਤਰੀਕਾਂ ਤੇ ਆਉਂਦੇ ਰਹੇ। ਉਹਨਾਂ ਨੇ ਮੈਨੂੰ ਇੱਕ ਦਿਨ ਸੰਡੇ ਨੂੰ ਫੋਨ ਕੀਤਾ। ਮੈਂ ਫੋਨ ਚੱਕਿਆ, ਮੈਂ ਕਿਹਾ ਹਾਂਜੀ ਬਾਬਾ ਜੀ। ਕਹਿੰਦੇ ਕਿੱਥੇ ਹੋ ਤੁਸੀਂ? ਮੈਂ ਕਿਹਾ ਮੈਂ ਤਾਂ ਬਾਬਾ ਘਰੇ ਹੀ, ਅੱਜ ਛੁੱਟੀ ਹੈ। ਕਹਿੰਦਾ ਮੈਂ ਸੋਚਿਆ ਮੈਂ ਵੀ ਵਿਹਲਾ ਸੀ, ਅੱਜ ਵਕੀਲ ਸਾਹਿਬ ਕੋਲੇ ਚੱਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਮੈਂ ਕੋਈ ਨਹੀਂ ਬਾਬਾ, ਜਿੱਦੇ ਤਰੀਕ ਤੇ ਆ ਉਹਦੇ ਗੱਲਾਂ ਵੱਧ ਕਰ ਲਾਂਗੇ। ਕੀ ਹੈ ਕਿ ਆਪਣੇ ਜਿਹੜੇ ਪਿੰਡਾਂ ਵਾਲੇ ਲੋਕ ਹੈ ਬਹੁਤ ਛੇਤੀ ਦਿਲਾਂ ਨਾਲ ਜੁੜ ਜਾਂਦੇ ਆ। ਉਹਨਾਂ ਦੀ ਇੱਕ ਅਟੈਚਮੈਂਟ ਹੋ ਜਾਂਦੀ ਹੈ ਵੀ ਜੇ ਉਹਨਾਂ ਨੂੰ ਕੋਈ ਵੀ ਕੰਮ ਹੁੰਦਾ ਉਹ ਫੋਨ ਤੇ ਪੁੱਛ ਲੈਂਦੇ ਆ, ਵਕੀਲ ਸਾਹਿਬ ਸਾਡਾ ਆਹ ਕੰਮ ਸੀ, ਇਹਦੇ ਬਾਰੇ ਦੱਸੋ ਤੁਸੀਂ ਕਿਵੇਂ ਹੈ। ਕਈ ਵਾਰੀ ਕੀ ਹੁੰਦਾ, ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ, ਉੱਥੇ ਜੇ ਕੋਈ ਦੱਸਦੇ ਯਾਰ ਸਾਡਾ ਤਾਂ ਕਚਹਿਰੀ ਦੇ ਵਿੱਚ ਕੇਸ ਚੱਲ ਰਿਹਾ, ਲਓ ਮੈਂ ਪੁੱਛ ਕੇ ਦਿੰਦਾ ਸਾਡੇ ਵਕੀਲ ਨੂੰ। ਹਾਂ, ਵਕੀਲ ਨੂੰ ਕਾਫੀ ਮਤਲਬ ਇਸ ਤਰ੍ਹਾਂ ਦੇ ਫੋਨ ਵੀ ਆਉਂਦੇ, ਸਾਨੂੰ ਫੋਨ ਸੁਣ ਵੀ ਲਈਦੇ ਆ। ਕਈ ਵਾਰੀ ਮਨ ਇੱਧਰੋਂ ਪਰੇਸ਼ਾਨ ਹੁੰਦੇ ਆ, ਕੰਮ ਦਾ ਪ੍ਰੈਸ਼ਰ ਹੁੰਦਾ। ਦੇਖੋ ਤੁਰੇ ਫਿਰਦੇ ਚੰਗੇ ਲੱਗਦੇ ਆ, ਪਰ ਹਰ ਪ੍ਰੋਫੈਸ਼ਨ ਜਿਹੜਾ ਔਖਾ ਹੈਗਾ। ਬਿਲਕੁਲ। ਅੱਛਾ, ਇਹ ਕਰੈਕਟਰ ਬਾਈ ਤੁਹਾਡੇ ਕੋਲ ਕਿੰਨੇ ਕੁ ਆਉਂਦੇ ਆ ਜਿਹੜੇ ਕਹਿੰਦੇ ਯਾਰ ਵਕੀਲ ਸਾਹਿਬ ਆਪਾਂ ਨਾ ਆਹ ਕੰਮ ਕਰਨਾ ਹੈ ਤੇ ਕੀ ਫੀਸ ਹੋਊ ਤੇ ਕੀ ਪ੍ਰੋਸੀਜਰ ਹੋਊ, ਤੇ ਤੁਸੀਂ ਦੱਸੀ ਜਾਂਦੇ ਹੋ ਪੂਰਾ ਆਪਣੇ ਜਿਹਨੂੰ ਕਹਿੰਦੇ ਪੜਪੜੀ ਪਾਠ, ਦਿਮਾਗ 'ਚੋਂ ਭਣ ਗੱਲਾਂ ਕਰੀ ਜਾਂਦੇ ਹੋ। ਇਹੋ ਜਿਹੇ ਕਰੈਕਟਰ ਤਾਂ ਤਕਰੀਬਨ ਹਫ਼ਤੇ 'ਚ ਇੱਕ ਅੱਧਾ ਆ ਹੀ ਜਾਂਦਾ। ਜਿਨ੍ਹਾਂ ਨੇ ਕੀ ਕਰਨਾ ਹੁੰਦਾ ਅਸੀਂ ਦੇਖ ਲੈਂਦੇ ਹਾਂ, ਕਿਉਂਕਿ ਮੋਸਟਲੀ ਸਾਨੂੰ ਪਤਾ ਹੁੰਦਾ ਕਿ ਇਹ ਉਹ ਪਰਲੀ ਚੁੰਡ ਤੋਂ ਲੱਗਾ, ਸਾਰੇ ਵਕੀਲਾਂ ਕੋਲੇ ਹੋ ਕੇ ਆਇਆ, ਕਿਉਂਕਿ ਉਹ ਥੋੜਾ ਨਾ ਕਿਤੇ ਮਤਲਬ ਲੀਗਲ ਟਰਮ ਸਾਨੂੰ ਦੱਸਦਾ। ਮੁਕਤੀ ਵਕੀਲ ਬਣਦਾ ਫਿਰਦਾ, ਕਿਉਂਕਿ ਉਹ ਪਹਿਲਾਂ ਪੁੱਛ ਕੇ ਆਇਆ ਹੁੰਦਾ ਵੀ ਇਹਦੇ ਵਿੱਚ ਆਹ ਧਾਰਾ ਲੱਗਣੀ, ਆਹ ਧਾਰਾ। ਉਹ ਜੋ ਸਾਨੂੰ ਦੱਸਦਾ ਨਾ ਵੀ ਦੇਖੋ ਜੀ ਆਪਾਂ ਇਹਦੇ ਵਿੱਚ ਨਾ ਆਪਾਂ ਐਂ ਕਰਦੇ ਆਹ ਕੇਸ ਵੀ ਕਰ ਲੈਂਦੇ ਨਾਲ, ਉਦੋਂ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਪਹਿਲਾਂ ਵੀ ਸਲਾਹ ਲੈ ਕੇ ਆਇਆ, ਕਰਨਾ ਕਰਾਉਣਾ ਇਹਨੇ ਕੁਛ ਨਹੀਂਗਾ, ਤੇ ਸਾਡਾ ਵਕਤ ਹੀ ਬਰਬਾਦ ਕਰੀ ਜਾਂਦਾ। ਉਹਦੇ ਨਾਲ ਕੀ ਹੁੰਦਾ, ਜਿਹੜਾ ਉਸ ਦਿਨ ਤੇ ਕੇਸ ਲੱਗਿਆ ਹੁੰਦਾ ਉਹਦੇ ਤੇ ਇਫੈਕਟ ਪੈਂਦਾ। ਕਿੱਥੇ ਸਾਡਾ ਮਾਈਂਡ ਪ੍ਰਿਪੇਅਰ ਹੋਇਆ ਹੁੰਦਾ ਉਸ ਕੇਸ ਲਈ, ਪਰ ਕੀ ਹੁੰਦਾ ਉਹਨੇ ਆਪ ਦਾ ਮਤਲਬ ਟਾਈਮ ਪਾਸ ਕਰਨ ਲਈ ਸਾਡਾ ਉਸ ਕੇਸ ਨੂੰ ਵੀ ਖਰਾਬ ਕਰ ਦਿੰਦਾ। ਜਿਵੇਂ ਮੈਂ ਸ਼ੁਰੂ 'ਚ ਹੀ ਦੱਸਿਆ ਹੈਗਾ ਵੀ ਜਦੋਂ ਅਸੀਂ ਕਚਹਿਰੀ ਨੂੰ ਤੁਰਦੇ ਹਾਂ ਤਾਂ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਕਚਹਿਰੀ ਦੇ ਜਿੰਨੇ ਵੀ ਕੰਮ ਹੈ, ਚਾਹੇ ਉਹ ਸੁਵਿਧਾ ਕੇਂਦਰ ਦਾ ਕੰਮ ਹੈ, ਚਾਹੇ ਫਰਦ ਕੇਂਦਰ ਦਾ ਕੰਮ ਹੈ, ਚਾਹੇ ਕੋਈ ਪੈਨਸ਼ਨ ਦਾ ਕੰਮ ਹੈ, ਵੀ ਉਹ ਸਾਰੇ ਜਿਹੜੇ ਇਹ ਕਚਹਿਰੀ ਜਾਂਦੇ ਕਰਕੇ ਲਿਆਉਣਗੇ। ਕਈ ਵਾਰੀ ਸਾਡੇ ਕੋਲੇ ਆ ਜਾਂਦੇ ਆ, ਯਾਰ ਮੈਂ ਪਟਵਾਰੀ ਕੋਲੇ ਜਾਣਾ ਸੀ, ਮੇਰੇ ਨਾਲ ਚੱਲ। ਅੱਛਾ, ਉੱਥੇ ਆਪਾਂ ਸਾਈਨ ਵੀ ਕਰਕੇ ਆਉਣੇ ਆ ਤੇ ਬਾਕੀ ਰਿਕਾਰਡ ਵੀ ਦੇਖ ਕੇ ਆਉਣੇ ਆ। ਫਿਰ ਉਹਨੂੰ ਆਖੀਦਾ ਬਾਬਾ ਪਟਵਾਰੀ ਸਾਹਿਬ ਨਾਲ ਤੂੰ ਗੱਲ ਕਰ ਲਈ, ਫਿਰ ਇੱਥੇ ਕਾਗਜ਼ ਨਹੀਂ, ਫਿਰ ਦੇਖ ਲਾਂਗੇ ਜਿਹੜਾ ਤੇਰਾ ਕੀ ਹੈ। ਕਿਉਂਕਿ ਮੋੜਿਆਂ ਨੇ ਤਕਰੀਬਨ ਮੋਸਟਲੀ ਇਹ ਹੁੰਦਾ ਕੋਈ ਜਾਣ ਪਛਾਣ ਵਾਲਾ ਹੁੰਦਾ, ਕੋਈ ਗਾਂਹ ਦੀ ਗਾਂਹ ਕੋਈ ਰਿਸ਼ਤੇਦਾਰ ਹੁੰਦਾ ਹੈਗਾ, ਫਿਰ ਉਹਨੂੰ ਜਵਾਬ ਵੀ ਨਹੀਂ ਦਿੱਤਾ ਜਾਂਦਾ। ਚਲੋ
ਇੱਕ ਤਰ੍ਹਾਂ ਦੀ ਲੀਗਲ ਸਰਵਿਸ ਹੈ, ਦੇਣੀ ਬਣਦੀ ਵੀ ਹੈ ਜੀ ਸਾਡੀ। ਬਿਲਕੁਲ ਬਿਲਕੁਲ। ਅੱਛਾ, ਲੀਗਲ ਸਰਵਿਸ ਪੈਸਿਆਂ ਨਾਲ ਦਿੱਤੀ ਜਾਂਦੀ ਹੈ, ਪਰ ਕਿਤੇ ਕਿਤੇ ਇਹ ਹੈਗਾ ਕਿ ਹਯਾ ਦਇਆ ਆ ਗਈ ਹੋਵੇ, ਜਾਂ ਕੋਈ ਯੂਨੀਅਨ ਨੇ ਸੋਚ ਲਿਆ ਹੋਵੇ, ਤੁਹਾਡੀ ਬਾਰ ਕੌਂਸਲ ਨੇ ਸੋਚ ਲਿਆ ਹੋਵੇ ਵੀ ਯਾਰ ਆਹ ਕੇਸ ਜਿਹੜੇ ਹੋਣਗੇ ਨਾ, ਇਹ ਯਾਰ ਆਪਾਂ ਮੁਕਤੋਂ ਮੁਕਤੀ ਜਾਂ ਥੋੜ੍ਹੇ ਜਿਹੇ ਪੈਸਿਆਂ 'ਤੇ ਲੜਾਂਗੇ, ਇੰਨੀ ਕੁ ਆਪਾਂ ਵੀ ਸਮਾਜ ਵਿੱਚ ਯੋਗਦਾਨ ਪਾਈਏ। ਬਿਲਕੁਲ ਜੀ, ਜਿਵੇਂ ਹੁਣ ਖਰਚੇ ਵਾਲੇ ਕੇਸ ਹੈ ਜਿਨ੍ਹਾਂ ਨੂੰ ਸੈਕਸ਼ਨ 125 CRPC ਦੇ ਕੇਸ ਹੈ। ਜੀ। ਇੱਕ ਲੜਕੀ ਹੈ, ਜਦੋਂ ਉਹਦੇ ਸਹੁਰਿਆਂ ਨੇ ਉਹਨੂੰ ਪਾਸੇ ਕਰ ਦਿੱਤਾ ਜਾਂਦਾ, ਨੈਗਲੈਕਟ ਕਰ ਦਿੱਤਾ ਜਾਂਦਾ, ਘਰੋਂ ਕੱਢ ਦਿੱਤਾ ਜਾਂਦਾ ਜੀ। ਤਾਂ ਉਹਦੇ ਖਰਚੇ ਗੁਜ਼ਾਰੇ ਲਈ ਉਹ ਕੇਸ ਲਾਉਂਦੀ ਹੈ। ਮੋਸਟਲੀ ਮੈਂ ਦੇਖਿਆ ਕਿ ਜਿਹੜੇ ਵਕੀਲ ਹੈ ਉਹ ਉਹਨਾਂ ਤੋਂ ਫੀਸ ਨਹੀਂ ਲੈਂਦੇ, ਕਿ ਜਦੋਂ ਤੈਨੂੰ ਅੱਗੇ ਤੋਂ ਖਰਚਾ ਮਿਲੂਗਾ ਉਦੋਂ ਤੂੰ ਸਾਨੂੰ ਦੇ ਦੇਈਂ, ਜਿਹੜਾ ਕੋਈ ਖਰਚਾ ਕਾਗਜ਼ਾਂ ਪੱਤਰਾਂ ਦਾ ਹੋਊਗਾ ਉਹੀ ਲੱਗੂਗਾ ਤੇਰਾ। ਤੇ ਜ਼ਿਆਦਾਤਰ ਵਕੀਲ ਜਿਹੜਾ ਇਹ ਨੈਤਿਕਤਾ ਦੇ ਤੌਰ ਤੇ ਵੀ ਕੰਮ ਕਰਦੇ। ਬਿਲਕੁਲ, ਇਹ ਜ਼ਰੂਰੀ ਵੀ ਹੈ, ਇਹ ਬਿਲਕੁਲ ਜ਼ਰੂਰੀ ਹੈ, ਬਣਦਾ ਵੀ ਹੈ। ਸਮੇਂ ਦੀ ਲੋੜ ਹੈ, ਇੱਕ ਤਾਂ ਉਹ ਪਹਿਲਾਂ ਹੀ ਮਾਰ ਹੇਠਾਂ ਆਈ ਹੁੰਦੀ ਹੈ, ਇੱਕ ਜਿਹੜਾ ਉਹਨੂੰ ਇੱਥੇ ਜੇ ਵਕੀਲ ਉਹ ਤੋਂ ਫੀਸ ਮੰਗ ਲੇ ਤਾਂ ਉਹਨੂੰ ਬਹੁਤ ਔਖਾ ਹੋ ਜਾਂਦਾ ਹੈਗਾ। ਪਰ ਬਾਈ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਯਾਰ। ਬਿਲਕੁਲ ਸੋਚਣਾ ਚਾਹੀਦਾ, ਸੋਚਣ ਦਾ ਵਿਸ਼ਾ ਹੈਗਾ। ਕਿਉਂਕਿ ਕੁਝ ਕੁ ਬੰਦੇ ਜਿਵੇਂ ਤੁਸੀਂ ਕਹਿ ਦਿੱਤਾ ਹੈ, ਜਾਂ ਤੁਹਾਡਾ ਕੋਈ ਸਰਕਲ ਹੋਊਗਾ, ਪਰ ਬਹੁਤੇ ਬੰਦੇ ਜਿਹੜੇ ਹੈਗੇ ਆ ਉਹ ਪਹਿਲਾਂ ਤਲੀ ਤੇ ਸਰੋਂ ਜਮਾਉਂਦੇ ਆ ਵੀ ਇੱਥੇ ਰੱਖੋਗੇ 4 ਰੁਪਏ ਤਾਂ ਇੱਧਰ ਨੂੰ ਤੁਰਾਂਗੇ, ਨਹੀਂ ਸਾਡਾ ਮੂੰਹ ਇੱਧਰ ਨੂੰ ਤੇ ਤੁਹਾਡਾ ਇੱਧਰ ਨੂੰ। ਇੱਕ DLSA ਬਣਿਆ ਹੋਇਆ, ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਜੀ। ਉਹਦੇ ਵਿੱਚ ਇਹੀ ਹੈ ਕਿ ਜਿਨ੍ਹਾਂ ਲੋਕਾਂ ਦੀ ਜਿਹੜੀ 1 ਲੱਖ ਰੁਪਏ ਤੋਂ ਸਾਲਾਨਾ ਆਮਦਨ ਘੱਟ ਹੈ ਜੀ, ਜਾਂ ਜੋ ਕਿਸੇ ਕਸਟਡੀ ਦੇ ਵਿੱਚ ਹੈ, ਔਰਤਾਂ ਬੱਚੇ ਹੈ, ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਾਨੂੰਨੀ ਲੋੜ ਹੈ ਤਾਂ ਉਹ ਇੱਥੇ ਫਰੰਟ ਆਫਿਸ ਬਣੇ ਹੋਏ ਆ, ਉੱਥੇ ਆਉਣ ਤੇ ਉਹਨਾਂ ਦੇ ਜਿਹੜੇ ਕੇਸ ਆ ਉਹ ਫ੍ਰੀ ਦੇ ਵਿੱਚ ਲੜੇ ਜਾਣਗੇ। ਜੀ। ਉਹ ਸਾਰੇ ਕੇਸ ਆ ਜਿਹੜੇ ਉਹ ਫ੍ਰੀ ਦੇ ਵਿੱਚ ਲੜੇ ਜਾਂਦੇ, ਉਹਨਾਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਉਹ ਜਿਹੜੀ ਫੀਸ ਹੈ ਉਹ ਸਰਕਾਰ ਦੁਆਰਾ ਪੇ ਕੀਤੀ ਜਾਂਦੀ ਹੈ। ਜੀ। ਨੋਟਰੀ ਟੈਸਟ ਇਹ ਹਰ ਆਮ ਤੋਂ ਲੈ ਕੇ ਖਾਸ ਦੀ ਜ਼ਬਾਨ ਤੇ ਸ਼ਬਦ ਹੈ, ਪਰ ਇੱਥੇ ਨਾ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਕਿ ਇਹਦੀ ਮਹੱਤਤਾ, ਗਲਤ ਨੋਟਰੀ ਕਰਾਉਣ ਦੇ ਖਮਿਆਜੇ ਇਹ ਹੁੰਦੇ ਕੀ ਹੈ। ਸਾਡੇ ਬੰਦੇ ਤਾਂ ਇਹ ਜਾਣਦੇ ਆ ਕਿ ਉਹ ਸਾਹਮਣੇ ਵਕੀਲ ਸਾਹਿਬ ਬੈਠੇ ਆ, ਉਹ ਤੋਂ ਮੋਹਰ ਲਵਾ ਲਿਆ, ਕਹਿ ਦੀ ਨੋਟਰੀ ਕਰਾਉਣੀ ਆ ਤੇ ਨਾਲ ਰਜਿਸਟਰ ਕਰ ਦੇਣਗੇ। ਕੋਈ ਵੀ ਡਾਕੂਮੈਂਟ ਹੈ ਉਹਨੂੰ ਉਦੋਂ ਹੀ ਵੈਲਿਡ ਮੰਨਿਆ ਜਾਊਗਾ ਜੇ ਉਹ ਪ੍ਰੋਪਰ ਅਥਾਰਟੀ ਦੇ ਉੱਤੋਂ ਜੀ ਨੋਟਰਾਈਜ਼ ਹੋਇਆ ਹੋਊਗਾ। ਕਿਉਂਕਿ ਜਿਹੜਾ ਨੋਟਰੀ ਪਬਲਿਕ ਹੈ ਇਹ ਗਵਰਨਮੈਂਟ ਆਫ ਇੰਡੀਆ ਦਾ ਇੱਕ ਅਦਾਰਾ ਹੈ, ਉਹਦੇ ਵਿੱਚ ਇੱਕ ਪ੍ਰੋਪਰ ਪੋਸਟਾਂ ਨਿਕਲਦੀਆਂ, ਫਿਰ ਨੋਟਰੀ ਉਹਨਾਂ ਨੂੰ ਇੱਕ ਸਰਵਿਸ ਮਿਲਦੀ ਹੈ। ਤਕਰੀਬਨ 10 ਸਾਲ ਜਿਹਨੂੰ ਪ੍ਰੈਕਟਿਸ ਦੇ ਵਿੱਚ ਹੋ ਜਾਣ ਐਡਵੋਕੇਟ ਨੂੰ, ਉਹਨੂੰ ਜਿਹੜਾ ਨੋਟਰੀ ਪਬਲਿਕ ਦਾ ਲਾਇਸੈਂਸ ਮਿਲਦਾ ਹੈ। ਜਿਹੜਾ ਉਹ ਲਾਇਸੈਂਸ ਉਹ ਸਮੇਂ ਤੋਂ ਸਮੇਂ ਜਿਹੜਾ ਰਿਨਿਊ ਹੁੰਦਾ ਰਹਿੰਦਾ ਹੈਗਾ। ਸੋ ਜਿਹੜਾ ਨੋਟਰੀ ਪਬਲਿਕ ਦਾ ਕੋਈ ਵੀ ਡਾਕੂਮੈਂਟ ਹੈ ਉਹ ਵੈਲਿਡ ਡਾਕੂਮੈਂਟ ਤਾਂ ਹੀ ਮੰਨਿਆ ਜਾਂਦਾ ਜੇ ਉਹਦੇ ਰਜਿਸਟਰ ਦੇ ਵਿੱਚ ਦਰਜ ਹੈ ਡਾਕੂਮੈਂਟ ਕਿਸ ਪਰਪਸ ਲਈ ਬਣਿਆਗਾ ਤੇ ਕਦੋਂ ਤੱਕ ਵੈਲਿਡ ਹੈ, ਪ੍ਰੋਪਰ ਉਹਦੀ ਅਥੈਂਟੀਕੇਸ਼ਨ ਹੁੰਦੀ ਹੈ ਉਸ ਡਾਕੂਮੈਂਟ ਦੀ। ਇਸ ਕਰਕੇ ਜਦੋਂ ਆਪਾਂ ਕੋਈ ਵੀ ਓਰੀਜਨਲ ਡਾਕੂਮੈਂਟ ਦੇਣਾ ਹੈ, ਉਹ ਕਹਿੰਦੇ ਨਹੀਂ ਜੀ ਇਹਦੀ ਫੋਟੋ ਸਟੇਟ ਨੂੰ ਨੋਟਰੀ ਕਰਵਾ ਕੇ ਲਿਆਓ, ਤਾਂ ਉਹ ਵੀ ਇੱਕ ਤਰ੍ਹਾਂ ਦਾ ਵੈਲਿਡ ਡਾਕੂਮੈਂਟ ਮੰਨਿਆ ਜਾਂਦਾ, ਕਿਉਂਕਿ ਨੋਟਰੀ ਹੋਇਆ ਹੁੰਦਾ, ਉਹ ਕੰਪੇਅਰ ਹੋਇਆ ਹੁੰਦਾ ਓਰੀਜਨਲ ਡਾਕੂਮੈਂਟ ਦੇ ਨਾਲ। ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਅਣਗਹਿਲੀ ਵਿੱਚ ਵਕੀਲ ਸਾਹਿਬ ਬੈਠੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਝ ਕੁ ਦੀ ਗੱਲ ਕਰਦਾ ਹੈ, ਕਿ ਉਹ ਠੱਪਾ ਮਾਰ ਦਿੰਦੇ ਵੀ ਚੱਲ ਯਾਰ ਇਹ ਬੰਦਾ ਤਾਂ ਘਰ ਦਾ ਹੀ ਹੈ ਤੇ ਸਰਟੀਫਿਕੇਟ ਵੀ ਤਾਂ ਸਹੀ ਹੋਊਗਾ। ਨਹੀਂ, ਬਿਲਕੁਲ, ਵੈਸੇ ਤਾਂ ਸਾਰੇ ਦੇਖ ਕੇ ਹੀ ਕਰਦੇ ਆ, ਪਰ ਹੋ ਸਕਦਾ ਕਿਸੇ ਨਾ ਕਿਸੇ ਹਾਲਾਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗਲਤੀ ਰਹਿ ਵੀ ਜਾਂਦੀ ਹੋਵੇ, ਤਾਂ ਉਹ ਜਿਹੜੀ ਲਾਇਬਿਲਿਟੀ ਆ ਉਹ ਜਿਸ ਨੇ ਟੈਸਟਡ ਕੀਤਾ ਹੈ ਉਸੇ ਵਕੀਲ ਸਾਹਿਬ ਦੀ ਬਣਦੀ ਹੈ ਮੇਰੇ ਹਿਸਾਬ ਨਾਲ। ਤਾਂ ਤਕਰੀਬਨ, ਕਿਉਂਕਿ ਜਿਹੜਾ ਵਕੀਲ ਹੈ ਉਹ ਕਾਨੂੰਨੀ ਮਾਹਰ ਹੁੰਦਾ ਹੈਗਾ, ਉਹਨੂੰ ਇਹ ਸਾਰੀਆਂ ਟਰਮ ਦਾ ਪਤਾ ਹੁੰਦਾ, ਉਹ ਨਹੀਂ ਇਸ ਤਰ੍ਹਾਂ ਦਾ ਨੋਟਰੀ ਨਹੀਂ ਕਰਕੇ ਦਿੰਦਾ, ਉਹ ਪ੍ਰੋਪਰ ਉਹਨਾਂ ਨੂੰ ਕੰਪੇਅਰ ਕਰਕੇ ਹੀ ਉਹਨੂੰ ਨੋਟਰਾਈਜ਼ ਕਰਕੇ ਦਿੰਦਾ ਹੈ ਡਾਕੂਮੈਂਟ। ਜਿਹੜਾ ਮੇਰੇ ਵਰਗਾ ਮਹਾਤੜ ਕਦੇ ਨਹੀਂ ਗਿਆ ਅਦਾਲਤ ਵਿੱਚ ਤੇ ਨਾ ਹੀ ਜਾਣਾ ਚਾਹੁੰਦਾ, ਤੇ ਮੈਂ ਤਾਂ ਕਹੂੰਗਾ ਨਾ ਹੀ ਰੱਬ ਭੇਜੇ, ਉਹਦੇ ਦਿਮਾਗ ਵਿੱਚ ਟੀਵੀ 'ਚ ਚੱਲ ਰਹੀ ਅਦਾਲਤ ਹੀ ਹੁੰਦੀ ਹੈ ਵੀ ਐਂ ਅਦਾਲਤ ਹੈ, ਐਂ ਵਕੀਲ ਸਾਹਿਬ ਖੜੇ ਹੋਣਗੇ, ਐਂ ਫਿਰ ਐਂ ਫਟਾਫਟ ਵਾਲੀ ਬਹਿਸ ਹੋਊਗੀ। ਕਿੰਨਾ ਕੁ ਦ੍ਰਿਸ਼ ਆ ਜਿਹੜਾ ਉਹ ਟੀਵੀ ਵਾਲੀ ਅਦਾਲਤ ਨਾਲ ਰਲਦਾ ਮਿਲਦਾ ਹੁੰਦਾ, ਤੇ ਕਿੰਨਾ ਕੁ ਹਕੀਕਤ ਆ ਜਿਹੜੀ ਉਹ ਵੱਖਰੀ ਹੁੰਦੀ ਹੈ ਟੀਵੀ ਨਾਲੋਂ। ਜਿਵੇਂ ਬਾਈ ਜਸਵਿੰਦਰ ਪਹਿਲਾਂ ਮੈਂ ਦੱਸਿਆ ਕਿ ਇੱਕ ਪ੍ਰੋਸੀਜਰ ਲਾ ਚੱਲਦਾ ਹੈ ਜੀ। ਜਿਵੇਂ ਇੱਕ ਬੰਦੇ ਨੇ ਕੇਸ ਦਾਇਰ ਕੀਤਾ, ਫਿਰ ਦੂਸਰੇ ਨੂੰ ਸੱਦਿਆ, ਫਿਰ ਉਹਨੇ ਆਪਣੇ ਪੱਖ ਦੀ ਗਵਾਹੀ ਦਿੱਤੀ, ਉਹਨੇ ਆਪਣੇ ਪੱਖ ਦੀ ਗਵਾਹੀ ਦਿੱਤੀ, ਤੇ ਐਂਡ ਦੇ ਵਿੱਚ ਦੋਨਾਂ ਦੀ ਗਵਾਹੀਆਂ ਨੂੰ ਪੜ੍ਹ ਕੇ ਫਿਰ ਕੋਈ ਜੱਜ ਜਿਹੜਾ ਉਹਦੇ ਉੱਤੇ ਡਿਸੀਜਨ ਦਿੰਦਾ ਹੈ। ਇਸੇ ਤਰ੍ਹਾਂ ਕਿਸੇ ਨੇ ਕਿਸੇ ਦੇ ਸੱਟ ਮਾਰੀ, ਉਹ ਹਸਪੀਟਲ ਗਿਆ, ਫਿਰ ਉੱਥੋਂ ਜਿਹੜਾ ਮੈਡੀਕਲ ਓਪੀਨੀਅਨ ਆਇਆ ਉਹਦੇ ਬੇਸ ਦੇ ਉੱਤੇ ਪੁਲਿਸ ਨੇ ਉਹਦੇ ਉੱਤੇ FIR ਦਰਜ ਕੀਤੀ, ਫਿਰ ਉਹਦਾ ਚਲਾਨ ਜਿਹੜਾ ਕੋਰਟ ਦੇ ਵਿੱਚ ਆਇਆ। ਕਿਉਂਕਿ ਇਹ ਸਾਰੇ ਲੰਮੇ ਪ੍ਰੋਸੀਜਰ ਹੈ। ਜਿਹੜੇ ਟੀਵੀ ਦੇ ਵਿੱਚ ਅਦਾਲਤਾਂ ਹੁੰਦੀਆਂ ਉਹਨਾਂ ਦੇ ਵਿੱਚ ਕੀ ਕੀਤਾ, ਇਹਨਾਂ ਨੂੰ ਬੜੇ ਸੰਖੇਪ ਰੂਪ ਦੇ ਵਿੱਚ ਇੱਕ ਤਰ੍ਹਾਂ ਦਾ ਚਿੱਤਰ ਬਣਾਇਆ ਗਿਆ। ਜਿਵੇਂ ਕਾਫੀ ਮੂਵੀਜ਼ ਵੀ ਆਈਆਂ, ਜੋਲੀ LLB ਆਈ ਹੈ ਜੀ, ਉਹਦੇ ਵਿੱਚ ਵੀ ਅਦਾਲਤਾਂ ਬਾਰੇ ਦੱਸਿਆ ਗਿਆ। ਹੋਰ ਕਾਫੀ ਮਤਲਬ ਵੈਬ ਸੀਰੀਜ਼ ਆਈਆਂ ਜਿਹੜੀਆਂ ਅਦਾਲਤਾਂ ਦੇ ਨਾਲ ਸੰਬੰਧਿਤ ਹੈ, ਉਹਨਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਰੋਲ ਦਿਖਾਇਆ ਗਿਆ। ਪਰ ਜਿਹੜਾ ਪ੍ਰੋਸੀਜਰ ਹੈ ਉਹ ਸੇਮ ਹੁੰਦਾ, ਪਰ ਇਹਨਾਂ ਅਦਾਲਤਾਂ ਦੇ ਵਿੱਚ ਆ ਕੇ ਉਹ ਲੈਂਥੀ ਹੋ ਜਾਂਦਾ ਕਿਤੇ ਨਾ ਕਿਤੇ। ਜੀ। ਅੱਛਾ, ਤੁਹਾਡੇ ਕੋਲ ਬਾਈ ਉਹ ਕਰੈਕਟਰ ਵੀ ਆਉਂਦੇ ਹੋਣਗੇ ਜਿਹੜੇ ਮਾਪਿਆਂ ਤੋਂ ਪਾਸੇ, ਜਾਂ ਕਹਿ ਲਈਏ ਸਮਾਜ ਤੋਂ ਚੋਰੀ ਲਵ ਮੈਰਿਜ ਕਰਾਉਣੀ ਚਾਹੁੰਦੇ ਆ,
ਤੇ ਆ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਿਵੇਂ ਉਹ ਖੁਰਕ ਕੇ ਜੇ ਹੌਲੀ ਹੌਲੀ ਵੀ ਬਾਈ ਐਂ ਕਰਕੇ ਐਂ ਗੱਲ ਬਣ ਜੂਗੀ ਜਾਂ ਐਂ ਕਰੀਏ ਇੱਥੇ ਕਰਾਈਏ ਕਿ ਹਾਈ ਕੋਰਟ ਚੱਲੀਏ, ਉੱਦਾਂ ਦੇ ਕੇਸ ਕਿੰਨੇ ਕੁ ਆ ਰਹੇ ਆ? ਕਾਫੀ ਆਉਂਦੇ ਆ, ਪਰ ਬਾਈ ਜਸਵਿੰਦਰ ਜਿਵੇਂ ਦੇਖਿਆ ਜਾਵੇ ਕਿ ਆਪ ਵੀ ਇੱਕ ਸਮਾਜ ਦੇ ਵਿੱਚ ਰਹਿੰਦੇ ਆ ਜੀ। ਸਾਨੂੰ ਇਹ ਹੁੰਦਾ ਹੈ ਕਿ ਜੇ ਮੰਨ ਲਓ ਕਿਸੇ ਦੀ ਕੋਈ ਲੜਕੀ ਆਈ ਹੈ ਜੋ ਆਪਦੇ ਮਾਪਿਆਂ ਦੀ ਸਹਿਮਤੀ ਨਾਲ ਕਰਾਵੇ ਤਾਂ ਉਹ ਜ਼ਿਆਦਾ ਬੈਸਟ ਹੈ। ਬਿਲਕੁਲ। ਇੱਕ ਬੜਾ ਚਰਚਿਤ ਜਾਂ ਸ਼ਬਦ ਹੈ ਕਿ ਮੈਂ ਜਿਹੜੀ ਅਦਾਲਤ ਤੋਂ ਮੈਰਿਜ ਕਰਾਉਣੀ ਹੈ ਜੀ। ਹਾਲਾਂਕਿ ਇਸ ਤਰ੍ਹਾਂ ਦੀ ਕੋਈ ਵੀ ਲੀਗਲ ਟਰਮ ਨਹੀਂ ਗੀ ਜੀ ਕਿ ਅਦਾਲਤ ਦੇ ਵਿੱਚ ਕੋਈ ਵਿਆਹ ਹੁੰਦਾ ਹੋਵੇ। ਉਹ ਕੀ ਹੈ, ਇੱਕ ਵਕੀਲ ਸਾਹਿਬ ਨੂੰ ਇੱਕ ਕੇਸ ਦਾਇਰ ਕੀਤਾ ਜਾਂਦਾ ਹੈ ਕਿ ਮੈਂ ਅੱਜ ਇੱਥੇ ਸੀਗਾ, ਉੱਥੇ ਮੈਨੂੰ ਇਹ ਲੜਕੀ ਮਿਲ ਗਈ ਹੈ, ਮੈਂ ਇਹਦੀ ਪ੍ਰੋਟੈਕਸ਼ਨ ਕਰ ਰਿਹਾ ਹੈਗਾ, ਤੇ ਉਹ ਇੱਕ ਡਾਕੂਮੈਂਟ ਅਦਾਲਤ ਵੱਲੋਂ ਤਿਆਰ ਹੋ ਜਾਂਦਾ ਹੈ। ਫਿਰ ਉਹੀ ਪੁਲਿਸ ਨੂੰ ਦਿਖਾ ਕੇ ਜਿਹੜਾ ਉਹ ਆਪਦੇ ਬਚਣ ਦਾ ਰਾਹ ਭਾਲਦਾ ਹੈ, ਜਦੋਂ ਕਿ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਟਰਮ ਨਹੀਂ ਗੀ। ਇੱਕ ਪੁਲਿਸ ਪ੍ਰੋਟੈਕਸ਼ਨ ਟਰਮ ਜ਼ਰੂਰ ਹੈ ਜੀ, ਜਿਹੜੀ ਕਿ ਸੈਸ਼ਨ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਲਈ ਜਾਂਦੀ ਹੈ ਜੀ। ਸੋ ਇਸ ਤਰ੍ਹਾਂ ਦੇ ਜਿਹੜੇ ਕੇਸ ਹੈ ਉਹ ਲੈਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ। ਮੈਂ ਚਾਹੁੰਦਾ ਸਾਰੇ ਵਕੀਲਾਂ ਨੂੰ ਚਾਹੀਦਾ, ਕਿਉਂਕਿ ਇਹਦੇ ਵਿੱਚ ਕੀ ਹੈ, ਇੱਕ ਸਮਾਜ ਇਨਵੋਲਵ ਹੈ। ਬਿਲਕੁਲ। ਜਿਸ ਸੋਸਾਇਟੀ ਦੇ ਵਿੱਚ ਆਪਾਂ ਰਹਿੰਦੇ ਹਾਂ ਉਹਦੇ ਵਿੱਚ ਇਹਨੂੰ ਜਿਹੜਾ ਮਾਨਤਾ ਨਹੀਂ ਦਿੱਤੀ ਜਾਂਦੀ ਗੀ। ਬਾਈ ਕਦੇ ਮਨ ਦੁਖੀ ਹੋਇਆ ਕੋਈ ਕੇਸ ਫੜਿਆ ਹੋਵੇ ਜਾਂ ਤਾਂ ਕੇਸ ਲੜਨ ਜਾਣ ਤੋਂ ਪਹਿਲਾਂ ਅੱਖਾਂ 'ਚ ਪਾਣੀ ਹੋਵੇ ਵੀ ਯਾਰ ਆ? ਕਾਫੀ ਸਾਰੇ ਕੇਸ ਇਸ ਤਰ੍ਹਾਂ ਦੇ ਹੁੰਦੇ ਆ। ਪਿੱਛੇ ਜੇ ਇੱਕ ਛੋਟੇ ਬੱਚਾ ਵੱਲੋਂ ਆਪਦੀ ਮਾਤਾ 'ਤੇ ਕੇਸ ਕਰਵਾਇਆ। ਜਦੋਂ ਕੇਸ ਕੀਤਾ ਤਾਂ ਪਹਿਲਾਂ ਮੈਂ ਉਹਨਾਂ ਨੂੰ ਕਾਫੀ ਸਮਝਾਇਆ ਕਿ ਤੁਸੀਂ ਮਾਤਾ ਨਾਲ ਗੱਲ ਕਰੋ, ਆਪਦੀ ਮਾਤਾ ਨੂੰ ਸਮਝਾਓ। ਉਹ ਕਹਿੰਦੇ ਵੀ ਸਾਡੀ ਮਾਤਾ ਸਾਡੇ ਕਹਿਣੇ ਤੋਂ ਬਾਅਦ ਹੈ। ਮੈਂ ਉਹਨਾਂ ਦਾ ਕੇਸ ਫਾਈਲ ਕਰਤਾ ਜੀ। ਉਹ ਛੋਟੇ ਬੱਚੇ ਜਦੋਂ ਜੱਜ ਸਾਹਿਬ ਦੇ ਸਾਹਮਣੇ ਲਗਾਏ, ਉਹ ਕਹਿੰਦੇ ਵਕੀਲ ਸਾਹਿਬ ਇਹਨਾਂ ਦਾ ਬੜਾ ਮਤਲਬ ਛੋਟੇ ਬੱਚੇ ਹੈ। ਮੈਂ ਜੀ ਚਲੋ ਕਿਸੇ ਗਾਰਡੀਅਨ ਥਰੂ ਜਿਹੜਾ ਕੇਸ ਪਾਇਆ ਹੋਇਆ ਤੇ ਹੋ ਸਕਦਾ ਇਹਨਾਂ ਦਾ ਮੈਟਰ ਇਸ ਤਰ੍ਹਾਂ ਸੋਲਵ ਹੋ ਜੇ। ਉਹ ਨੈਕਸਟ ਡੇਟ ਤੇ ਜਿਹੜਾ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ, ਕਿਉਂਕਿ ਇਹ ਵੀ ਇੱਕ ਲੋੜ ਸੀ ਉਹਨਾਂ ਦੀ। ਬਿਲਕੁਲ। ਜੇ ਉਹ ਕੇਸ ਨਾ ਫਾਈਲ ਕਰਦੇ ਹੋ ਸਕਦਾ ਇਹ ਡਿਸਪਿਊਟ ਵੱਧ ਕੇ ਪਤਾ ਨਹੀਂ ਕਿੱਥੋਂ ਤੱਕ ਜਾਣਾ ਸੀਗਾ। ਬਹੁਤ ਸਾਰੇ ਅਜਿਹੇ ਕੇਸ ਹੁੰਦੇ ਆ ਜਿਨ੍ਹਾਂ ਨੂੰ ਸਾਡਾ ਕਰਨ ਨੂੰ ਮਨ ਨਹੀਂ ਕਰਦਾ, ਪਰ ਇੱਕ ਜਿਵੇਂ ਕਹਿ ਦਿੰਦੇ ਆ ਖੁੰਡਾਂ ਵਾਲੀ ਅਦਾਲਤ ਵੀ ਆਪਣੀ ਚੱਲਦੀ ਹੈ। ਜਿਸ ਤਰ੍ਹਾਂ ਇੱਥੇ ਅਦਾਲਤ ਚੱਲ ਰਹੀ ਹੈ ਉਵੇਂ ਪਿੰਡਾਂ ਦੇ ਵਿੱਚ ਵੀ ਇੱਕ ਖੁੰਡਾਂ ਵਾਲੀ ਅਦਾਲਤ ਚੱਲਦੀ ਹੈ ਕਿ ਤੂੰ ਆਹ ਕੇਸ ਪਾਉਣਾ ਹੀ ਪਾਉਣਾ ਹੈ, ਚਾਹੇ ਤੈਨੂੰ ਕੋਈ ਨਾ ਕਰੇ ਹਾਂ ਕਰੇ, ਤੂੰ ਪਾ ਕੇ ਆਈ। ਬੜਾ ਸਮਝਾਈਦਾ, ਉਹ ਕਹਿੰਦੇ ਨਹੀਂ ਵਕੀਲ ਸਾਹਿਬ ਤੁਸੀਂ ਆਪਦੀ ਫੀਸ ਦੱਸੋ ਤੇ ਮੇਰਾ ਕੇਸ ਜਿਹੜਾ ਦਾਇਰ ਕਰੋ, ਜਦੋਂ ਕਿ ਉਹ ਕੇਸ ਦਾਇਰ ਕਰਨਾ ਬਣਦਾ ਹੀ ਨਹੀਂ ਹੁੰਦਾ। ਸੋ ਅਸੀਂ ਇੱਥੇ ਵੀ ਕਾਫੀ ਜ਼ਿਆਦਾ ਸਮਝਾਈਦਾ ਕਲਾਇੰਟ ਨੂੰ ਵੀ ਤੇਰਾ ਇਹਦੇ ਵਿੱਚ ਨੁਕਸਾਨ ਹੈ। ਅੱਜ ਜੇ ਤੂੰ ਇਹ ਕੇਸ ਫਾਈਲ ਕਰੇਗਾ ਤਾਂ ਹੌਲੀ ਹੌਲੀ ਇਹੀ ਚੀਜ਼ਾਂ ਐਡਮਿਟ ਹੋ ਜਾਣਗੀਆਂ ਤੇਰੀਆਂ, ਕਿਉਂਕਿ ਇੱਕ ਡਾਕੂਮੈਂਟ ਪ੍ਰਿਪੇਅਰ ਹੋ ਜਾਂਦਾ ਹੈ। ਅਦਾਲਤਾਂ ਦੇ ਵਿੱਚੋਂ ਕੋਈ ਵੀ ਕਾਗਜ਼ ਬਾਹਰ ਤਾਂ ਜਾਣਾ ਨਹੀਂਗਾ, ਫਿਰ ਉਹੀ ਤੇਰੇ ਅਗੇਂਸਟ ਵਰਤਿਆ ਜਾਊਗਾ। ਪਰ ਲੋਕ ਨਹੀਂ ਸਮਝਦੇ ਬਈ। ਅੱਛਾ, ਜਿੱਥੇ ਦੁੱਖ ਵਾਲੀਆਂ ਗੱਲਾਂ ਬਈ ਵਾਪਰਦੀਆਂ, ਕਦੇ ਐਂ ਹੋਇਆ ਬਈ ਕਿ ਅਦਾਲਤ ਵਿੱਚ ਜਾ ਕੇ ਕੋਈ ਇਦਾਂ ਦੀ ਮੂਵਮੈਂਟ ਹੋ ਗਈ ਹੋ ਵੀ ਸਾਰੀ ਦੀ ਸਾਰੀ ਅਦਾਲਤ ਹੀ ਖੁਸ਼ ਹੋ ਗਈ ਹੋਵੇ ਵੀ ਯਾਰ ਆਹ ਕੀ ਹੈ ਯਾਰ, ਇਹ ਕਿੱਦਾਂ ਦਾ ਕੇਸ ਹੈ? ਬਿਲਕੁਲ। ਕਈ ਵਾਰੀ ਕੀ ਹੁੰਦਾ ਹੈ ਕਿ ਬਜ਼ੁਰਗ ਜਾਂ ਬੱਚੇ ਬੜੇ ਸੱਚੇ ਹੁੰਦੇ ਆ। ਹਾਂ ਬਿਲਕੁਲ। ਜਦੋਂ ਕਿਤੇ ਉਹ ਗਵਾਹੀ ਦਿੰਦੇ ਆ ਤੇ ਜੱਜ ਸਾਹਿਬ ਦੇ ਸਾਹਮਣੇ ਜਦੋਂ ਗਵਾਹੀ ਹੁੰਦੀ ਹੈ ਤਾਂ ਉਹ ਪਤਾ ਹੁੰਦਾ ਵੀ ਕਿ ਇਸ ਕੇਸ ਦੇ ਵਿੱਚ ਇਹ ਗੱਲ ਨਹੀਂ ਕਹਿਣੀ। ਜਦੋਂ ਜੱਜ ਸਾਹਿਬ ਪੁੱਛਦਾ ਵੀ ਬਾਬਾ ਤੂੰ ਇਹ ਗੱਲ ਕਹਿ ਰਿਹਾ, ਤੈਨੂੰ ਪਤਾ ਹੈ ਤੇਰੇ ਉਲਟ ਹੈ, ਉਹ ਆਂਦਾ ਜੀ ਉਲਟ ਹੋਵੇ ਭਾਵੇਂ ਕਿੱਧਰ ਨੂੰ ਹੋਵੇ, ਮੈਂ ਸੱਚੀ ਗੱਲ ਕਹਿਣੀ ਹੈ ਤਾਂ ਕਹਿਣੀ ਹੈ। ਉਹ ਕਹਿ ਦਿੰਦੇ ਆ ਬੜੇ ਬੇਫਿਕਰੀ ਨਾਲ, ਤੇ ਉੱਥੇ ਜੱਜ ਸਾਹਿਬ ਵੀ ਹੱਸ ਪੈਂਦੇ ਵੀ ਠੀਕ ਹੈ ਤੂੰ ਸੱਚ ਬੋਲਿਆ ਤੇ ਤੈਨੂੰ ਸੱਚ ਦਾ ਹੀ ਨਿਆਂ ਮਿਲੂਗਾ। ਇਸ ਤਰ੍ਹਾਂ ਬੱਚੇ ਵੀ ਕਈ ਵਾਰੀ ਬੱਚਿਆਂ ਦੀ ਗਵਾਹੀ ਹੁੰਦੀ ਹੈ ਤਾਂ ਪਹਿਲਾਂ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਕਿ ਮਾਈਨਰ ਜਿਹੜੇ ਗਵਾਹੀ ਦੇਣ ਦੇ ਹੱਕ ਮਤਲਬ ਹੈਗਾ ਕਿ ਨਹੀਂ, ਕੰਪੀਟੈਂਟ ਹੈਗਾ ਕਿ ਨਹੀਂ। ਫਿਰ ਜੱਜ ਸਾਹਿਬ ਜਦੋਂ ਉਹਨਾਂ ਦੀ ਗਵਾਹੀ ਲੈਂਦੇ ਤੇ ਕਈ ਵਾਰੀ ਉੱਥੇ ਵੀ ਬੜੀ ਹਾਸੋ ਹੀਣੀ ਸਥਿਤੀ ਬਣ ਜਾਂਦੀ ਹੈ, ਜੋ ਕਿ ਲੋੜ ਵੀ ਹੈ, ਕਿਉਂਕਿ ਸਾਰਾ ਦਿਨ ਇੱਕ ਪ੍ਰੈਸ਼ਰ ਦੇ ਵਿੱਚ ਰਹਿਣਾ। ਲਾਸਟ ਗੱਲ ਬਾਈ, ਤੁਸੀਂ ਬਹੁਤ ਟਾਈਮ ਸਾਨੂੰ ਦਿੱਤਾ ਹੈ। ਲਾਸਟ ਗੱਲ ਇਹ ਹੈ ਕਿ ਜੇਕਰ ਤੁਹਾਡੇ ਹੱਥ ਦੇ ਵਿੱਚ ਅਥਾਰਟੀ ਆ ਜੇ ਪੂਰੇ ਦੇ ਪੂਰੇ ਲਾਅ ਸਿਸਟਮ ਦੀ, ਇਮੈਜੀਨੇਸ਼ਨ ਦੀ ਗੱਲ ਹੈ, ਤੁਸੀਂ ਕਿਹੜੇ 5 ਸੁਧਾਰ ਅਦਾਲਤਾਂ 'ਚ ਕਰਨਾ ਚਾਹੋਗੇ? ਸੁਧਾਰ ਤਾਂ ਇਹੀ ਹੈ, ਇੱਕ ਤਾਂ ਜਿਹੜੀ ਪੈਂਡੈਂਸੀ ਹੈ ਉਹ ਅਦਾਲਤਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਜੀ। ਇੱਕ ਤਾਂ ਇਹ ਪੈਂਡੈਂਸੀ ਹੈ ਜਿਹੜੀ ਇਹ ਖਤਮ ਕੀਤੀ ਜਾਣੀ ਬਣਦੀ ਹੈ ਜੀ, ਕਿਉਂਕਿ ਜੁਡੀਸ਼ੀਅਲ ਅਫਸਰਾਂ ਦੀ ਕਾਫੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਘਾਟ ਹੈ ਜੀ, ਕਿਉਂਕਿ ਉਹ ਵੀ ਆਪਾਂ ਦੂਰ ਨਹੀਂ ਕਰ ਸਕਦੇ, ਕਿਉਂਕਿ ਬੜੇ ਵੱਡੇ ਸਿਸਟਮ ਨਾਲ ਹੀ ਇਹ ਜਿਹੜਾ ਦੂਰ ਹੋ ਸਕਦਾ ਹੈ। ਦੂਸਰਾ ਜਿਹੜਾ ਪ੍ਰੋਸੀਜਰ ਹੈ ਉਹ ਬੜਾ ਲੰਬਾ ਹੈ ਜੀ, ਉਹਨੂੰ ਵੀ ਜਿਹੜਾ ਸ਼ਾਰਟ ਕੀਤਾ ਜਾਣਾ ਜ਼ਰੂਰੀ ਹੈ। ਕਈ ਇਦਾਂ ਦੇ ਕਰੈਕਟਰ ਵੀ ਹੋਣਗੇ, ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਜਿਨ੍ਹਾਂ ਨੂੰ ਚਾਅ ਜਾ ਚੜ੍ਹਦਾ ਅਦਾਲਤ ਆ ਕੇ, ਵੀ ਉਹ ਚਾਹੁੰਦੇ ਹੀ ਆ ਵੀ ਕੋਈ ਨਾ ਕੋਈ ਅਦਾਲਤ ਵਾਲਾ ਕੰਮ ਉਹਨਾਂ ਦੇ ਹੱਥਾਂ ਪੈਰਾਂ ਨੂੰ ਲੱਗਿਆ ਹੀ ਰਵੇ। ਇਹ ਵੀ ਤੁਹਾਡੇ ਦੇਖਣ ਦੇ ਵਿੱਚ ਆਉਂਦੇ ਹੋਣਗੇ? ਮੈਨੂੰ ਤਾਂ ਲੱਗਦਾ ਇਹ ਉਹ ਬੰਦੇ ਹੋਣਗੇ ਜਿਹੜੇ ਘਰ ਦਾ ਕੰਮ ਨਹੀਂ ਕਰਨਾ ਚਾਹੁੰਦੇ। ਮੰਨ ਲਓ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਇੱਕ ਬੱਚਾ ਇਹੋ ਜਿਹਾ ਹੁੰਦਾ ਜਿਹੜਾ ਪੜ੍ਹਿਆ ਲਿਖਿਆ ਹੁੰਦਾ, ਉਹ ਕਹਿੰਦਾ ਮੈਨੂੰ ਸ਼ਹਿਰ ਦਾ ਕੰਮ ਦੱਸ ਦਿਓ, ਮੈਂ ਉੱਥੇ ਜਾ ਕੇ ਕਰੂੰਗਾ ਜੋ ਵੀ ਕੰਮ ਹੋਇਆ। ਫਿਰ ਇਹੋ ਜਿਹੇ ਬੰਦੇ ਹੌਲੀ ਹੌਲੀ ਜਦੋਂ ਉਹ ਆਪਦੇ ਮਤਲਬ ਮੈਚੋਰਿਟੀ ਵੱਲ ਆ ਜਾਂਦੇ, ਬਜ਼ੁਰਗ ਹੋ ਜਾਂਦੇ ਆ, ਫਿਰ ਉਹਨਾਂ ਨੂੰ ਸੁਭਾਅ ਬਣ ਜਾਂਦਾ ਕਿ ਤੜਕੇ ਤਿਆਰ ਹੋਣਾ, ਝੋਲਾ ਚੱਕਣਾ ਤੇ ਅਦਾਲਤ ਆਉਣਾ। ਕਾਫੀ ਸਾਰੇ ਅਸੀਂ ਪਰਸਨ ਇਹੋ ਜਿਹੇ ਦੇਖੇ ਆ ਜਿਹੜੇ ਰੋਜ਼ ਆਉਂਦੇ ਹੀ ਆਉਂਦੇ ਆ ਬਿਨਾਂ ਤਨਖਾਹ ਤੋਂ।
ਬਿਨਾਂ ਤਨਖਾਹ ਤੋਂ ਜਿਹੜੇ ਅਦਾਲਤ ਆਉਂਦੇ ਆ ਉਹਨਾਂ ਨੇ ਆਉਣਾ ਹਾਂ, ਉਹਨਾਂ ਨੂੰ ਰੋਜ਼ ਵੇਖਿਆ ਜਾਂਦਾ ਇੱਥੇ। ਬਾਈ ਤੁਸੀਂ ਟਾਈਮ ਦਿੱਤਾ, ਵਿਰਾਸਤ ਮੀਡੀਆ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਰਾਸਤ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਜੀ। ਥੈਂਕ ਯੂ ਸੋ ਮਚ। ਤੁਸੀਂ ਦੇਖ ਰਹੇ ਸੀ ਵਿਰਾਸਤ ਮੀਡੀਆ ਉੱਤੇ ਪੋਡਕਾਸਟ ਅਣਗੌਲੇ। ਕਮੈਂਟ ਕਰਨ ਦਾ ਜਾਂ ਕਹਿ ਲਈਏ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਹੱਕ ਹੈ, ਪਰ ਸੁਹਿਰਦ ਭਾਸ਼ਾ ਦੇ ਵਿੱਚ ਆਪਣੀ ਗੱਲ, ਆਪਣੀ ਰਾਏ, ਆਪਣਾ ਸਵਾਲ ਸਾਡੇ ਤੱਕ ਜ਼ਰੂਰ ਪੁੱਜਦਾ ਕਰਿਆ ਕਰੋ। ਇਸੇ ਹੀ ਲੜੀ ਨੂੰ, ਇਸੇ ਹੀ ਪੋਡਕਾਸਟ ਨੂੰ ਜਿਉਂ ਦੀ ਤਿਉਂ ਬਰਕਰਾਰ ਰੱਖਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ।